ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਕ ਸਿੱਖ ਗਹਿ ਲੀਨ ਸਤਾਹਾ, ਕੈਦ ਕਰਿਓ ਬਲ ਨਾਲ। ਸੁਨਤ ਕਰ ਸਿਰ ਕੇਸ਼ ਹਰ, ਤੱਦੀ ਕੀਨ ਬਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਤਾ ਦੇ ਪਾਤਰ ਹੋ, ਵਡਭਾਗੇ ਹੋ ਕਿ ਨਿਤਾ ਪ੍ਰਤੀ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਵਾਲੇ, ਚਿੱਟਿਆਂ ਬਾਜਾਂ ਵਾਲੇ, ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ, ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਜਿਸ ਵਕਤ ਕਿਲੇ ਅੰਦਰ ਅੰਨ ਪਾਣੀ ਦੀਆਂ ਰਸਤਾਂ ਮਸਤਾਨੀਆਂ ਹੋਣ ਲੱਗੀਆਂ, तो उस वक्त सिंह साहिब जथेदार शेर सिंह जी और जथेदार बाबा नार सिंह जी गुरमता करके दुश्मन दे दल ते पए। जिथे उन्हां दा अन्न दा बाजार सी, उत्थों अन्न जिहड़ा है वो लुट मार करके सिंह लियाए। जिहड़ा अगे अड़िया तिस नूं तलवार दे नाल मौत दे घाट उतार दिता। दुश्मन बड़ा हैरान सी कि साडे घेरे विच अंदर आके सिंह हमला करके साडे कोलों राशन रस्त बस्त लुट मार करके लै गए ने। साडे लिए किड्डी वड्डी नमोशी दी गल है कि असीं उन्हां नूं रोक नहीं सके। इस गल करके दोवें सूबेदार बड़े शर्मसार ने, अपने जरनैलां नूं ताड़ना करदे ने कि तुसी आलसी हो, ਸਿੰਘਾਂ ਨੂੰ ਵੇਖਦੇ ਨਹੀਂ ਕਿ ਕਦੋਂ ਆਏ ਤੇ ਕਦੋਂ ਚਲੇ ਗਏ। ਅੱਗੇ ਤੋਂ ਸੁਚੇਤ ਹੋਏ, ਸਾਵਧਾਨ ਹੋਏ, ਪਰ ਰਾਜੇ ਭੀਮ ਚੰਦ ਵਰਗਿਆਂ ਨੇ ਖੁਸ਼ੀ ਮਨਾਈ। ਕਹਿੰਦੇ ਇੱਕ ਗੱਲ ਸਾਫ਼ ਹੋ ਗਈ ਹੈ ਕਿ ਸਿੰਘਾਂ ਕੋਲ ਅੰਦਰ ਅੰਨ ਪਾਣੀ ਮੁੱਕ ਰਿਹਾ, ਹੁਣ ਬਹੁਤਾ ਸਮਾਂ ਅੰਦਰ ਨਹੀਂ ਰਹਿਣਗੇ। ਜਦੋਂ ਸਿੰਘ ਬਾਹਰ ਆਏ ਸਨ ਤੇ ਇੱਕ ਸਿੰਘ ਕਿਤੇ ਚੋਟ ਲੱਗੀ ਤੇ ਬੇਹੋਸ਼ ਹੋ ਕੇ ਉੱਥੇ ਡਿੱਗ ਪਿਆ। ਅੱਜ ਉਹਦੀ ਕਥਾ ਆ ਰਹੀ ਹੈ। ਔਰ ਇਹਦੇ ਵਿੱਚ ਬੜਾ ਡੂੰਘਾ ਸਿਧਾਂਤ ਉਹ ਸਾਰਿਆਂ ਨੇ ਆਪੋ ਆਪਣੀ ਸੁਰਤ ਨਾਲ ਸਮਝਣ ਦਾ ਯਤਨ ਕਰਨਾ। ਜਦੋਂ ਕਿਸੇ ਨੂੰ ਜ਼ਬਰਦਸਤੀ ਢਿੰਗੋ ਜੋਰੀ ਆਪਣਾ ਧਰਮ ਮਨਾਇਆ ਜਾਂਦਾ ਤਾਂ ਉਹ ਧਰਮ ਉਹਦੇ ਤੇ ਜਦੋਂ ਜ਼ਬਰਦਸਤੀ ਥੋਪਿਆ ਜਾਂਦਾ ਤਾਂ ਉਹ ਉਸ ਧਰਮ ਦਾ ਧਾਰਨੀ ਨਹੀਂ ਹੋ ਜਾਂਦਾ, ਜਦੋਂ ਉਹਦਾ ਮਨ ਰਾਜੀ ਨਹੀਂ। ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਗੁੱਝੇ ਭੇਦ ਨੇ ਸੋ ਸਾਖੀ ਵਿੱਚ ਆਏ ਨੇ। ਉਹਦੇ ਆਧਾਰ ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਬਾਜਾਂ ਵਾਲੇ ਪ੍ਰੀਤਮ ਕਲਗੀਧਰ ਸੁਆਮੀ ਪੰਥ ਦੀ ਮਰਿਆਦਾ ਪੰਥ ਨੂੰ ਸਮਝਾ ਰਹੇ ਨੇ। ਖਾਲਸੇ ਦੀਆਂ ਜਿਹੜੀਆਂ ਰੋਹ ਰੀਤੀਆਂ ਨੇ, ਪੰਥ ਦੀਆਂ ਜਿਹੜੀਆਂ ਮਰਿਆਦਾਵਾਂ ਹਨ, ਉਹਨਾਂ ਮਰਿਆਦਾਵਾਂ ਦਾ ਪਾਲਣ ਕਰਨਾ ਹਰ ਇੱਕ ਸਿੱਖ ਦਾ ਫਰਜ਼ ਤੇ ਕਰਤੱਵ ਹੈ। ਜੋ ਪਰੰਪਰਾਵਾਂ, ਜੋ ਮਰਿਆਦਾਵਾਂ ਸਾਡੇ ਬਜ਼ੁਰਗਾਂ ਨੇ ਚਲਾਈਆਂ ਹਨ,
ਉਹਨਾਂ ਨੇ ਬੜੀਆਂ ਸੋਚ ਸਮਝ ਕੇ ਬੜੀ ਗਹਿਰੀ ਦ੍ਰਿਸ਼ਟੀ ਨਾਲ ਚਲਾਈਆਂ। ਛੇਵੇਂ ਪਾਤਸ਼ਾਹ ਨੂੰ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੀ ਜ਼ਰੂਰਤ ਕਿਉਂ ਪਈ? ਜੇ ਕੇਵਲ ਗੁਰਦੁਆਰੇ ਦੀ ਗੱਲ ਸੀ, ਧਰਮ ਸਥਾਨ ਦੀ ਗੱਲ ਸੀ, ਤੇ ਸੱਚਖੰਡ ਹਰਿਮੰਦਰ ਸਾਹਿਬ ਤਾਂ ਪਹਿਲਾਂ ਮੌਜੂਦ ਹੈ। ਅਕਾਲ ਤਖਤ ਸਾਹਿਬ ਬਣਾਉਣ ਪਿੱਛੇ ਪ੍ਰਯੋਜਨ ਸੀ ਕਿ ਸਾਰੀ ਸਿੱਖ ਸੰਗਤ ਨੂੰ, ਸਾਰੇ ਪੰਥ ਨੂੰ ਇੱਕ ਜਗ੍ਹਾ ਤੋਂ ਆਵਾਜ਼ ਮਾਰ ਕੇ ਲਾਮਬੰਦ ਕੀਤਾ ਜਾ ਸਕੇ। ਜਦੋਂ ਉੱਥੋਂ ਆਵਾਜ਼ ਆਵੇ ਤੇ ਸਾਰਾ ਪੰਥ ਇੱਕ ਸੁਰ ਹੋ ਜਾਏ। ਕਈ ਵਾਰ ਬਹੁਤ ਸਾਰੀਆਂ ਸੰਪਰਦਾਵਾਂ ਵਿੱਚ ਬਹੁਤ ਸਾਰੇ ਕਈ ਪ੍ਰਕਾਰ ਦੇ ਮਤਭੇਦ ਹੁੰਦੇ ਨੇ, ਪਰ ਜਦੋਂ ਅਕਾਲ ਤਖਤ ਸਾਹਿਬ ਤੋਂ ਹੋਕਾ ਆਵੇ, ਆਵਾਜ਼ ਆਵੇ, ਤਾਂ ਉਹ ਸਾਰੇ ਮਤਭੇਦਾਂ ਨੂੰ ਭੁਲਾ ਕੇ ਉਸ ਤਖਤ ਸਾਹਿਬ ਅੱਗੇ ਆਪਣਾ ਸੀਸ ਝੁਕਾ ਦੇਵੇ ਔਰ ਸਾਰੇ ਇੱਕ ਹੋ ਜਾਣ। ਔਰ ਉੱਥੋਂ ਜਿਹੜਾ ਪ੍ਰੋਗਰਾਮ ਦਿੱਤਾ ਜਾਵੇ ਅਕਾਲ ਤਖਤ ਸਾਹਿਬ ਤੋਂ, ਸਾਰਾ ਪੰਥ ਪ੍ਰਵਾਨ ਕਰੇ। ਇਸ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਪੰਥ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਮਹਾਨ ਰੁਤਬਾ ਹੈ। ਸਿੱਖ ਪੰਥ ਦੀ ਸ਼ਾਨ ਹੈ, ਅਕਾਲ ਤਖਤ ਮਹਾਨ ਹੈ। ਇਹ ਨਾਰਾ ਹੈ ਸਿੰਘਾਂ ਦੀ ਰਸਨਾ ਤੇ। ਉਹ ਮਰਿਆਦਾਵਾਂ ਜੋ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਚੱਲੀਆਂ ਨੇ, ਗੁਰੂ ਕਾਲ ਤੋਂ ਚੱਲੀਆਂ ਨੇ, ਉਹਨਾਂ ਨੂੰ ਇਨ ਬਿਨ ਸੰਭਾਲ ਕੇ ਆਪਣੇ ਅੱਗੇ ਵਾਰਸਾਂ ਤੱਕ, ਆਪਣੀਆਂ ਪੀੜ੍ਹੀਆਂ ਤੱਕ ਲੈ ਕੇ ਜਾਣਾ, ਇਹ ਸਾਡਾ ਕਰਤੱਵ ਹੈ। ਇਹ ਨਹੀਂ ਕਿ ਅਸੀਂ ਆਖੀਏ ਜੀ ਤਾਂ ਰੂੜੀਵਾਦੀ ਪਰੰਪਰਾਵਾਂ ਨੇ ਪੁਰਾਣੀਆਂ ਚੱਲਦੀਆਂ, ਇਹਨਾਂ ਦਾ ਅੱਜ ਕੋਈ ਪ੍ਰਯੋਜਨ ਨਹੀਂ ਰਿਹਾ। ਜੇ ਗੱਲ ਬਾਹਰਲੇ ਵਿਦੇਸ਼ਾਂ ਦੇ ਲੋਕਾਂ ਨੂੰ ਹੁੰਦੀ ਤਾਂ ਉਹ 2-2 ਹਜ਼ਾਰ ਸਾਲ ਪੁਰਾਣੇ ਘਰ ਸਾਂਭੀ ਬੈਠੇ ਨੇ। ਆਮ ਲੋਕਾਂ ਦੇ ਘਰ ਨੇ ਉਹ। ਇੰਗਲੈਂਡ ਵਿੱਚ 2-2 ਹਜ਼ਾਰ ਸਾਲ, 2500 ਸਾਲ ਪੁਰਾਣੇ ਮਕਾਨ, ਜਿਹੜੇ ਆਮ ਲੋਕ ਰਹਿੰਦੇ, ਕੋਈ ਉੱਥੇ ਕੋਈ ਵਿਅਕਤੀ ਵਿਸ਼ੇਸ਼ ਨਹੀਂ ਸੀ ਰਹਿੰਦੇ, ਪਰ ਉਹਨਾਂ ਨੇ ਉਹ ਸਾਂਭ ਕੇ ਰੱਖੇ ਨੇ ਵੀ ਉਹ ਪੁਰਾਤਨ ਜੋ ਸਾਡਾ ਵਿਰਸਾ ਸੀ ਸਾਡੇ ਦੇਸ਼ ਦਾ, ਉਹ ਅੱਗੇ ਤੱਕ ਜਾਵੇ। ਤੋ ਸਿੱਖ ਪੰਥ ਦੀਆਂ ਜਿਤਨੀਆਂ ਵੀ ਪੁਰਾਤਨ ਪਰੰਪਰਾਵਾਂ ਨੇ, ਪੁਰਾਤਨ ਸਿੱਖ ਜਥੇਬੰਦੀਆਂ ਨੇ, ਸਿੱਖ ਸੰਸਥਾਵਾਂ ਨੇ, ਉਹਨਾਂ ਵਿੱਚ ਚੱਲ ਰਹੀਆਂ ਮਰਿਆਦਾਵਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਪੁਰਾਣੇ ਸਮੇਂ ਤੋਂ, ਆਦਿ ਕਾਲ ਤੋਂ ਗੁਰੂ ਘਰ ਵਿੱਚ ਚੱਲਦੀਆਂ ਆ ਰਹੀਆਂ। ਜੇ ਕੋਈ ਕਹੇ ਜੀ ਅੱਜ ਇਹਨਾਂ ਦੀ ਲੋੜ ਨਹੀਂ ਹੈ, ਤਾਂ ਇਸ ਤਰ੍ਹਾਂ ਜਦੋਂ ਆਉਣ ਵਾਲੇ ਸਮੇਂ 'ਚ 10-20 ਸਾਲਾਂ, 50 ਸਾਲਾਂ ਨੂੰ ਬਹੁਤ ਚੀਜ਼ਾਂ ਦੀ ਹੋਰ ਲੋੜ ਨਹੀਂ ਰਹੇਗੀ, ਤੇ ਕੀ ਫਿਰ ਸਾਰਾ ਕੁਝ ਛੱਡਦੇ ਚਲੇ ਜਾਵਾਂਗੇ? ਤੋ ਕਲਗੀਧਰ ਪਾਤਸ਼ਾਹ ਅੱਜ ਵੀ ਇੱਕ ਪੰਥ ਨੂੰ ਮਰਿਆਦਾ ਦੱਸ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਸਿੱਖ ਗਹਿਲੀ ਨਸਤਾਹਾ, ਕੈਦ ਕਰਿਓ ਬਲ ਨਾਲ। ਇੱਕ ਸਿੱਖ ਕਿਤੇ ਬੇਹੋਸ਼ੀ ਦੀ ਹਾਲਤ 'ਚ ਉੱਥੇ ਡਿੱਗ ਪਿਆ ਤਾਂ ਤੁਰਕਾਂ ਨੇ, ਜਿਹੜੇ ਬਾਹਰ ਘੇਰਾ ਪਾਈ ਬੈਠੇ ਸੀ ਆਨੰਦਪੁਰ ਸਾਹਿਬ ਦੇ, ਉਹਨਾਂ ਨੇ ਉਸ ਸਿੱਖ ਨੂੰ ਪਕੜ ਕੇ ਕੈਦ ਕਰ ਲਿਆ। ਕੈਦ ਕਰਕੇ ਬੇੜੀਆਂ 'ਚ ਜਕੜ ਲਿਆ। ਉਹਨੂੰ ਕਈ ਪ੍ਰਕਾਰ ਦੇ ਤਸੀਹੇ ਦਿੱਤੇ। ਸੁਨਤ ਕਰ ਸਿਰ ਕੇਸ਼ ਹਰ, ਤੱਦੀ ਕੀਨ ਬਿਸਾਲ। ਉਸ ਸਿੰਘ ਦੇ ਜ਼ਬਰਦਸਤੀ ਹੱਥ ਪੈਰ ਬੰਨ ਕੇ ਉਹਦੇ ਕੇਸ ਕੱਟ ਦਿੱਤੇ ਤੁਰਕਾਂ ਨੇ ਕਿ ਤੈਨੂੰ ਅਸੀਂ ਮੁਸਲਮਾਨ ਬਣਾਉਨੇ। ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਉਸ ਸਿੰਘ ਦੇ ਕੇਸ ਕੱਟ ਦਿੱਤੇ, ਸੁੰਨਤ ਕਰ ਦਿੱਤੀ। ਏਦਾਂ ਜ਼ਬਰਦਸਤੀ ਕੀਤੀ, ਜ਼ੋਰਾਵਰੀ ਕੀਤੀ ਤੁਰਕਾਂ ਨੇ। ਬੜਾ ਖੋਟਾ ਕੰਮ ਹੈ। ਦੁਨੀਆ ਵਿੱਚ ਸਭ ਤੋਂ ਮਾੜਾ ਤੇ ਭੱਦਾ ਕਰਮ ਇਹ ਹੈ ਕਿ ਜ਼ਬਰਦਸਤੀ ਕਿਸੇ ਨੂੰ ਆਪਣਾ ਧਰਮ ਬਣਾਉਣਾ। ਧਰਮ ਮਨ ਦਾ ਵਿਸ਼ਾ, ਮਨ ਗ੍ਰਹਿਣ ਕਰੇਗਾ ਤਾਂ ਧਰਮ ਹੈ। ਸਰੀਰ ਦੇ ਉੱਤੇ ਬਾਹਰੋਂ ਜ਼ਬਰਦਸਤੀ ਤੁਸੀਂ ਕਿਸੇ ਨੂੰ ਆਪਣੇ ਧਾਰਮਿਕ ਚਿੰਨ੍ਹ ਦੇ ਕੇ ਉਹਨੂੰ ਧਰਮੀ ਨਹੀਂ ਬਣਾ ਸਕਦੇ, ਆਪਣੇ ਧਰਮ ਦਾ ਧਾਰਨੀ ਨਹੀਂ ਬਣਾ ਸਕਦੇ, ਜਦੋਂ ਤੱਕ ਉਹ ਮਨੋਂ ਕਬੂਲ ਨਹੀਂ ਕਰਦਾ।
ਅਜੇ ਇਹ ਗੱਲ ਸਮਝਾਉਣੀ ਹੈ ਇਸ ਕਥਾ ਦੁਆਰਾ ਸਤਿਗੁਰਾਂ ਨੇ ਕਿ ਜਦੋਂ ਤੱਕ ਮਨ ਕਬੂਲ ਨਹੀਂ ਕਰਦਾ ਉਦੋਂ ਤੱਕ ਧਰਮ ਨਹੀਂ। ਜੇ ਕਿਸੇ ਨੂੰ ਲਾਲਚ ਦੇ ਕੇ ਵੀ ਅੱਜ ਕੱਲ੍ਹ ਧਰਮ ਬਦਲਿਆ ਜਾਂਦਾ, ਤੇ ਲਾਲਚ ਦੇ ਕੇ ਅਗਰ ਤੁਸੀਂ ਬਾਹਰੋਂ ਉਹਦਾ ਧਰਮ ਬਦਲ ਦਿੰਦੇ ਹੋ, ਅੰਦਰੋਂ ਉਹਦੇ ਮਨ 'ਚ ਧਨ ਦਾ ਲਾਲਚ ਹੈ, ਨੌਕਰੀ ਦਾ ਲਾਲਚ ਹੈ, ਵੀ ਸਾਡੇ ਬੱਚੇ ਸਕੂਲ 'ਚ ਫ੍ਰੀ ਪੜ੍ਹਾਏ ਜਾਣਗੇ ਉਹਦਾ ਲਾਲਚ ਹੈ, ਜਾਂ ਕੋਈ ਪੈਸਾ ਦੇਣਗੇ ਜਾਂ ਕੋਈ ਮਕਾਨ ਦੇਣਗੇ ਉਹਦਾ ਲਾਲਚ ਹੈ। ਉਹਦੇ ਲਾਲਚ ਵਸ ਹੋ ਕੇ ਜਦੋਂ ਕੋਈ ਬੰਦਾ ਕਿਸੇ ਦੂਸਰੇ ਦੇ ਧਰਮ ਨੂੰ ਧਾਰਨ ਕਰਦਾ ਤਾਂ ਉਹਦਾ ਮਨ ਨਹੀਂ ਧਾਰਨ ਕਰਦਾ, ਕੇਵਲ ਸਰੀਰ ਧਾਰਨ ਕਰਦਾ। ਜਦੋਂ ਮਨ ਕਬੂਲ ਕਰਦਾ ਤਾਂ ਉਹ ਬਿਨਾਂ ਕਿਸੇ ਕੰਡੀਸ਼ਨ ਤੋਂ, ਬਿਨਾਂ ਕਿਸੇ ਸ਼ਰਤ ਤੋਂ ਧਾਰਨ ਕਰਦਾ ਹੈ। ਉੱਥੇ ਕੋਈ ਸ਼ਰਤ ਲਾਗੂ ਨਹੀਂ ਹੁੰਦੀ, ਉੱਥੇ ਤੇ ਸਮਰਪਣ ਭਾਵ ਹੁੰਦਾ ਹੈ। ਹੁਣ ਇਸ ਸਿੰਘ ਤੇ ਇਹਨਾਂ ਨੇ ਜ਼ਬਰਦਸਤੀ ਕੀਤੀ, ਜ਼ਬਰਦਸਤੀ ਹੱਥ ਪੈਰ ਬੰਨ੍ਹ ਕੇ ਸਿੰਘ ਦੇ ਕੇਸ ਕਤਲ ਕਰ ਦਿੱਤੇ, ਸੁੰਨਤ ਕਰ ਦਿੱਤੀ। ਏਦਾਂ ਜ਼ਬਰਦਸਤੀ ਕੀਤੀ ਇਹਨਾਂ ਮਲੇਛਾਂ ਨੇ। ਚੌਪਈ ਕਹਿ ਕਰ ਕਲਮਾ ਤਬੈ ਪਠਾਇਓ। ਜ਼ਬਰਦਸਤੀ ਕਹਿ ਕੇ ਮਾਰ ਕੁੱਟ ਕੇ ਤਸੀਹੇ ਦੇ ਕੇ ਉਸ ਸਿੰਘ ਕੋਲੋਂ ਕਲਮਾ ਪੜਾਉਂਦੇ ਹਨ। ਤਉ ਸਿੱਖ ਮਨ ਨਾਹੇ ਹਲਾਇਓ। ਬਾਹਰੋਂ ਸਰੀਰ ਦੀ ਭਾਵੇਂ ਉਹਦੀ ਇਹ ਦਸ਼ਾ ਹੋ ਗਈ ਹੈ, ਪਰ ਸਿੰਘ ਨੇ ਆਪਣੇ ਮਨ ਨੂੰ ਡਾਵਾਂਡੋਲ ਨਹੀਂ ਹੋਣ ਦਿੱਤਾ। ਮਨ ਉਹਦਾ ਡੋਲ ਹੈ। ਬਾਹਰੋਂ ਸਰੀਰਕ ਤੌਰ ਤੇ ਉਹਨੂੰ ਤਸੀਹੇ ਦਿੱਤੇ ਗਏ, ਉਹਦੇ ਕੇਸ ਵੀ ਕਤਲ ਕੀਤੇ ਗਏ, ਸੁੰਨਤ ਵੀ ਕੀਤੀ ਗਈ, ਕਈ ਤਰ੍ਹਾਂ ਦੇ ਉਹਦੇ ਤੇ ਤਸ਼ੱਦਦ ਕੀਤੇ, ਪਰ ਸਿੰਘ ਨੇ ਆਪਣਾ ਮਨ ਡਾਵਾਂਡੋਲ ਨਹੀਂ ਕੀਤਾ। ਮਨ 'ਚ ਗੁਰੂ ਕਲਗੀਧਰ ਜੀ ਦੀ ਪ੍ਰੀਤ ਵਸਾਈ। ਇੱਥੇ ਫਿਰ ਸਰੀਰ ਤੋਂ ਪਰੇ ਦੀ ਖੇਡ ਹੋ ਜਾਂਦੀ ਹੈ। ਮਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੋੜਿਆ ਹੋਇਆ ਸਿੰਘ ਨੇ। ਬਲ ਤੇ ਕਰੀ ਸ਼ਰਾ ਤਬ ਸਾਰੀ। ਬਲ ਨਾਲ ਉਹਨਾਂ ਨੇ ਆਪਣੀ ਸ਼ਰ੍ਹਾ ਦੀਆਂ ਜਿੰਨੀਆਂ ਉਹਨਾਂ ਦੀਆਂ ਰੀਤੀਆਂ ਹੁੰਦੀਆਂ, ਜ਼ਬਰਦਸਤੀ ਉਹ ਰੀਤੀਆਂ ਉਸ ਸਿੰਘ ਦੇ ਨਾਲ ਕਰਾਈਆਂ। ਖਾਨੇ ਕੋ ਖਵਾਏ ਤਿਸ ਬਾਰੀ। ਤੁਰਕਾਂ ਦੇ ਤਰੀਕੇ ਨਾਲ ਬਣਿਆ ਹੋਇਆ ਕਲਮਾ ਪੜ੍ਹ ਕੇ ਕੀਤਾ ਹੋਇਆ ਭੋਜਨ ਉਹ ਜ਼ਬਰਦਸਤੀ ਉਸ ਸਿੰਘ ਦੇ ਮੂੰਹ 'ਚ ਤੁੰਨਿਆ ਗਿਆ। ਜ਼ਬਰਦਸਤੀ ਉਸ ਸਿੰਘ ਦਾ ਧਰਮ ਭ੍ਰਸ਼ਟ ਕਰਨ ਵਾਸਤੇ ਵੀ ਇਹ ਭੋਜਨ ਵੀ ਖਾਵੇ ਸਾਡਾ, ਤੋ ਜ਼ਬਰਦਸਤੀ ਉਹ ਖਾਣਾ ਉਹਦੇ ਮੂੰਹ ਵਿੱਚ ਪਾਇਆ ਗਿਆ, ਤੁੰਨਿਆ ਗਿਆ। ਗੁਸਲ ਕਰਾਏ ਆਪਨ ਬਿਦਤਾਹੂ। ਜਿਵੇਂ ਆਪ ਗੁਸਲ ਕਰਦੇ, ਵੁਜੂ ਕਰਦੇ ਆ ਨਾ, ਇਹ ਕੂਣੀਆਂ ਤੱਕ ਬਾਹਾਂ ਧੋਣੀਆਂ, ਗੋਡਿਆਂ ਤੱਕ, ਉਹ ਜ਼ਬਰਦਸਤੀ ਸਿੰਘ ਦੀਆਂ ਉਦਾਂ ਹੀ ਉਸੇ ਤਰੀਕੇ ਨਾਲ ਬਾਹਾਂ ਤੋਂ ਤੇ ਕੰਨਾਂ 'ਚ ਨੱਕ ਦੇ ਵਿੱਚ ਪਾਣੀ ਮਾਰ ਕੇ ਗਿੱਟਿਆਂ ਤੱਕ, ਗੋਡਿਆਂ ਤੱਕ, ਲੱਤਾਂ, ਏਦਾਂ ਕਹਿੰਦੇ ਉਹਦਾ ਸਿੰਘ ਦਾ ਇਸ਼ਨਾਨ ਕਰਾਇਆ। ਗੁਰ ਗੁਰ ਜਪੈ ਭਲੇ ਉਰ ਮਾਹੂ। ਪਰ ਉਹ ਸਿੰਘ ਹਿਰਦੇ 'ਚ ਧੰਨ ਗੁਰੂ ਕਲਗੀਧਰ ਦਾ ਜਾਪ ਜਪਦਾ, ਵਾਹਿਗੁਰੂ ਵਾਹਿਗੁਰੂ। ਹਿਰਦੇ ਵਿੱਚ ਗੁਰੂ ਪਾਤਸ਼ਾਹ ਦਾ ਚਿੰਤਨ ਹੈ, ਸਤਿਗੁਰੂ ਜੀ ਦਾ ਧਿਆਨ ਉਸ ਸਿੰਘ ਦੇ ਹਿਰਦੇ ਵਿੱਚ, ਹਿਰਦਿਓਂ ਨਹੀਂ ਡੋਲਿਆ। ਬਸ ਗੱਲ, ਅਸਲੀ ਖੇਡ ਤਾਂ ਇਹ ਹੈ। ਸਰੀਰਕ ਤੌਰ ਤੇ ਕਦੇ ਵੀ ਕਿਸੇ ਨਾਲ ਐਸੀ ਪਰਿਸਥਿਤੀ ਵਰਤ ਸਕਦੀ ਹੈ, ਪਰ ਹਿਰਦਾ ਅਡੋਲ ਰਹਿਣਾ ਚਾਹੀਦਾ। ਮਨ ਨੇ ਕਬੂਲ ਨਹੀਂ ਨਾ ਕੀਤਾ। ਮਨ ਵਿੱਚ ਸਿੰਘ ਦੇ ਗੁਰੂ ਸਾਹਿਬ ਦਾ ਚਿੰਤਨ, ਗੁਰ ਗੁਰ ਜਪੈ ਭਲੇ ਉਰ ਮਾਹੂ। ਗੁਰੂ ਗੁਰੂ ਜਪਦਾ ਹਿਰਦੇ ਵਿੱਚ। ਸਰਬ ਸ਼ਰਾ ਕਰ ਦੀਨੋ ਛੋਰ। ਏਦਾਂ ਜਿੰਨੀ ਉਹਨਾਂ ਦੀ ਸ਼ਰ੍ਹਾ ਦੀਆਂ ਰੀਤੀਆਂ ਹੁੰਦੀਆਂ ਉਹ ਸਾਰੀਆਂ ਉਹਦੇ ਤੋਂ, ਸਿੰਘ ਤੋਂ ਜ਼ਬਰਦਸਤੀ ਇਹਨਾਂ ਨੇ ਕਰਵਾਈਆਂ। ਆਏ ਬਿਸੂਰਤ ਸੋ ਗੁਰ ਔਰ। ਕਈ ਦਿਨ ਉਹਨੂੰ ਆਪਣੇ ਕੋਲ ਰੱਖਿਆ, ਫਿਰ ਕਿਹਾ ਵੀ ਜਾ ਹੁਣ ਤੈਨੂੰ ਛੱਡ ਦਿੱਤਾ। ਸਿੰਘ ਜਦੋਂ ਉੱਥੋਂ ਚੱਲਿਆ ਤੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚੇ। ਮਾਰਿਆ ਨਹੀਂ ਉਹਨੂੰ ਜਾਨੋਂ, ਕਹਿੰਦੇ ਇਹਦਾ ਧਰਮ ਭ੍ਰਸ਼ਟ ਕਰਕੇ ਗੁਰੂ ਕੋਲ ਭੇਜਦੇ ਆ। ਇੱਕ ਪ੍ਰਕਾਰ ਦੀ ਕਿੱਡੀ ਨੀਚ ਹਰਕਤ ਸੀ ਵੀ ਤੁਸੀਂ ਸੂਰਮਾ ਫੜਿਆ, ਸੂਰਮੇ ਦੇ ਨਾਲ ਦੋ ਹੱਥ ਕਰੋ ਫਿਰ ਤਾਂ ਪਤਾ ਲੱਗੇ। ਇਹ ਤਾਂ ਜ਼ਬਰਦਸਤੀ ਹੈ। 100 250 ਬੰਦਾ, 1000 ਬੰਦਾ ਇਕੱਠਾ ਹੋ ਕੇ ਇੱਕ ਸਿੰਘ ਨੂੰ ਪਕੜ ਕੇ ਉਹਨੂੰ ਜ਼ਬਰਦਸਤੀ ਆਪਣੀ ਗੱਲ ਬਣਾਉਣ, ਇਹ ਤਾਂ ਜ਼ੁਲਮ ਹੈ। ਤੇ ਸਿੰਘ ਵੀ ਤਾਂ ਕਾਬੂ ਆ ਗਿਆ ਸੀ ਕਿਉਂਕਿ ਬੇਹੋਸ਼ ਹੋ ਗਿਆ ਸੀ। ਜੇ ਕਿਤੇ ਸੁਰਤ ਵਿੱਚ ਹੁੰਦਾ ਤੇ ਫਿਰ ਕੀ ਮਜਾਲ ਸੀ ਕਿਸੇ ਦੀ ਵੀ ਉਹਦੇ ਨੇੜੇ ਵੀ ਲੱਗ ਜਾਂਦਾ, ਜਾਂ ਮਰ ਜਾਂਦਾ ਜਾਂ ਮਾਰ ਦਿੰਦਾ। ਬੇਹੋਸ਼ੀ ਦੀ ਹਾਲਤ ਵਿੱਚ ਫੜਿਆ ਗਿਆ। ਤਾਂ ਕੁਝ ਦਿਨਾਂ ਬਾਅਦ ਉਹ ਸਿੰਘ ਮਹਾਰਾਜ ਜੀ ਦੇ ਕੋਲ, ਕਲਗੀਧਰ ਜੀ ਦੇ ਕੋਲ ਵਾਪਸ ਆਇਆ। ਹੁਤੋ ਸਮਾ ਪਠਤੇ ਰਹਿ ਰਾਸ। ਸ਼ਾਮ ਦਾ ਵੇਲਾ ਸੀ, ਰਹਿ ਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ, ਨਿਤਨੇਮ ਸੰਧਿਆ ਦੇ ਸਮੇਂ ਦਾ ਹੋ ਰਿਹਾ ਸੀ। ਗੁਰ ਪਗ ਬੰਦੇ ਹੋਇ ਕਰ ਪਾਸ। ਸਿੰਘ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਸਿਰ ਮੂੰਹ ਮੁੰਨਿਆ ਹੋਇਆ ਸੀ ਸਿੰਘ ਦਾ,
ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਹਨੇ ਬੜੇ ਅਦਬ ਨਾਲ ਜਿਵੇਂ ਸਿੰਘ ਨਮਸਕਾਰ ਕਰਦੇ ਨੇ ਨਮਸਕਾਰ ਕੀਤੀ। ਲਗਿਓ ਦੀਵਾਨ ਮਹਾਨ ਨਿਹਾਰੇ। ਦੀਵਾਨ ਲੱਗਾ ਹੋਇਆ, ਸਾਰੇ ਸਿੰਘ ਵੇਖ ਰਹੇ ਨੇ ਵੀ ਇਹ ਕੌਣ ਆਇਆ, ਪਹਿਚਾਣ ਨਹੀਂ ਸੀ ਆ ਰਹੀ। ਤੋ ਸਾਰਾ ਦੀਵਾਨ ਸਿੰਘਾਂ ਦਾ ਲੱਗਾ ਹੋਇਆ ਹੈ। ਹਾਥ ਜੋਰ ਸਿੱਖ ਖਰੋ ਉਚਾਰੇ। ਰਹਿਰਾਸ ਸਾਹਿਬ ਦੀ ਸਮਾਪਤੀ ਹੋਈ ਤੇ ਫਿਰ ਸਿੰਘ ਨੇ ਹੱਥ ਜੋੜ ਕੇ ਕਲਗੀਧਰ ਜੀ ਨੂੰ ਬੇਨਤੀ ਕਰਦਿਆਂ ਬੋਲਿਆ, ਕਹਿਣ ਲੱਗਾ, ਮੈਂ ਸਿੱਖ ਹਾਂ ਸਾਚੇ ਪਾਤਸ਼ਾਹੇ। ਇਹ ਸੱਚੇ ਪਾਤਸ਼ਾਹ ਮੈਂ ਤੁਹਾਡਾ ਸਿੱਖ ਹਾਂ, ਮੈਂ ਤੁਹਾਡਾ ਸਿੰਘ ਹਾਂ ਮਹਾਰਾਜ। ਇਹ ਸਿੰਘ ਮੈਨੂੰ ਜਿਵੇਂ ਵੇਖ ਰਹੇ ਨੇ ਨਾ ਬਗਾਨੀ ਦ੍ਰਿਸ਼ਟੀ ਨਾਲ, ਮੈਂ ਉਹ ਹਾਂ ਨਹੀਂ ਜੋ ਇਹਨਾਂ ਨੂੰ ਬਾਹਰੋਂ ਦਿਸ ਰਿਹਾ। ਮਹਾਰਾਜ ਮੈਂ ਤੁਹਾਡਾ ਸਿੱਖ ਹਾਂ। ਰਣ ਮਹਿਲ ਰਤ ਗਿਰਿਓ ਛਿਤ ਮਾਹੇ। ਬਾਹਰ ਜੰਗ ਦੇ ਵਿੱਚ ਲੜਦਿਆਂ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਸੀ। ਭਈ ਮੂਰਛਾ ਹੋਸ਼ ਨ ਕੋਈ। ਤੇ ਜ਼ਮੀਨ ਤੇ ਡਿੱਗ ਗਿਆ, ਬੇਹੋਸ਼ ਹੋ ਕੇ ਡਿੱਗ ਪਿਆ, ਮੈਨੂੰ ਕੋਈ ਸੋਝੀ ਨਹੀਂ ਰਹੀ। ਪਹੁੰਚੇ ਤੁਰਕ ਆਨ ਸਭ ਕੋਈ। ਤੇ ਸਿੰਘ ਵੀ ਮੇਰੇ ਨਾਲ ਦੇ ਸਾਥੀ ਚਲੇ ਗਏ, ਉਹਨਾਂ ਨੂੰ ਵੀ ਨਹੀਂ ਪਤਾ ਲੱਗਾ। ਤੇ ਮਹਾਰਾਜ ਦੁਸ਼ਮਣ ਜਿਹੜੇ ਸੀ ਤੁਰਕ ਉਹ ਪਹੁੰਚ ਗਏ। ਛੁੱਟੀ ਮੂਰਛਾ ਗਹਿਲੇ ਗਏ। ਉਹ ਮੈਨੂੰ ਚੁੱਕ ਕੇ ਲੈ ਗਏ। ਤੇ ਜਦੋਂ ਮੇਰੀ ਬੇਹੋਸ਼ੀ ਦੀ ਹਾਲਤ ਚੋਂ ਮੈਂ ਬਾਹਰ ਆਇਆ, ਸ਼ਰਾ ਸਰਬ ਕੋ ਕਰਤੇ ਭਏ। ਉਹਨਾਂ ਨੇ ਜ਼ਬਰਦਸਤੀ ਮੈਨੂੰ ਆਪਣੀ ਸ਼ਰਅ ਦੀਆਂ ਰੀਤੀਆਂ ਮਨਾਈਆਂ, ਜ਼ਬਰਦਸਤੀ ਕੇਸ ਕਤਲ ਕੀਤੇ, ਜ਼ਬਰਦਸਤੀ ਸੁੰਨਤ ਕੀਤੀ, ਜ਼ਬਰਦਸਤੀ ਆਪਣਾ ਬਣਾਇਆ ਭੋਜਨ ਮੇਰੇ ਮੂੰਹ ਚ ਤੁੰਨਿਆ। ਕਹਾ ਕਰੋ ਮੈਂ ਅਬੈ ਉਪਾਏ। ਮਹਾਰਾਜ ਮੈਂ ਹੁਣ ਕੀ ਉਪਾਅ ਕਰਾਂ, ਮੇਰਾ ਤਾਂ ਧਰਮ ਭ੍ਰਸ਼ਟ ਹੋ ਗਿਆ, ਮੇਰਾ ਤਾਂ ਧਰਮ ਚਲਾ ਗਿਆ। ਮਹਾਰਾਜ ਹੁਣ ਮੈਂ ਕੀ ਕਰਾਂ। ਹਿੰਦੂ ਜਨਮ ਸਿੱਖੀ ਧਰਮ ਜਾਏ। ਮਹਾਰਾਜ ਮੈਂ ਹਿੰਦੂ ਧਰਮ ਚੋਂ ਸਿੱਖ ਧਰਮ ਚ ਆਇਆ ਸੀ, ਨਾ ਮੈਂ ਹਿੰਦੂ ਰਿਹਾ ਤੇ ਨਾ ਮੈਂ ਹੁਣ ਸਿੱਖ ਰਿਹਾ। ਆਪ ਜੀ ਦੀ ਪਹੁਲ ਸ਼ਕੀ ਸੀ, ਹਿੰਦੂ ਧਰਮ ਚੋਂ ਤੁਹਾਡੇ ਧਰਮ ਚ ਆਇਆ ਗੁਰੂ ਸਾਹਿਬ। ਬਾਅਦ ਵਿੱਚ ਮਹਾਰਾਜ ਹੁਣ ਮੈਂ ਤੁਹਾਡਾ ਸਿੱਖ ਵੀ ਨਹੀਂ ਰਿਹਾ, ਵੀ ਮੇਰਾ ਤਾਂ ਧਰਮ ਫਿਰ ਬਦਲ ਦਿੱਤਾ ਉਹਨਾਂ ਨੇ। ਜਿਸ ਬਿਦਰ ਹੈ ਰਖੋ ਦੁਖ ਪੈ ਹਾਂ। ਮਹਾਰਾਜ ਹੁਣ ਮੈਂ ਕਿਵੇਂ ਰਹਾ, ਜਿਵੇਂ ਰਹਿ ਸਕਦਾ ਮੈਨੂੰ ਰੱਖੋ, ਮੈਂ ਬੜਾ ਦੁਖੀ ਹਾਂ। ਨਤ ਮੈਂ ਚਿਖਾ ਬਣਾਏ ਜਲੈ ਹਾਂ। ਨਹੀਂ ਤਾਂ ਮਹਾਰਾਜ ਮੈਂ ਚਿਖਾ ਬਾਲ ਕੇ ਉਹਦੇ ਚ ਸੜ ਕੇ ਮਰ ਜਾਣਾ। ਮੈਂ ਇਦਾਂ ਦੀ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ ਧਰਮ ਤੋਂ ਭ੍ਰਸ਼ਟ ਹੋ ਕੇ। ਧਰਮ ਤੋਂ ਭ੍ਰਸ਼ਟ ਹੋ ਕੇ ਮਹਾਰਾਜ ਮੈਂ ਇਦਾਂ ਦਾ ਜੀਵਨ ਨਹੀਂ ਬਤੀਤ ਕਰ ਸਕਦਾ। ਰੱਖ ਲੋਗੇ ਤੇ ਤੁਹਾਡੀ ਇੱਛਾ, ਨਹੀਂ ਤਾਂ ਮਹਾਰਾਜ ਚਿਖਾ ਬਣਾ ਕੇ ਉਹਦੇ ਚ ਸੜ ਕੇ ਮਰ ਜਾਵਾਂਗਾ। ਪੂਜਿਓ ਗੁਰੂ ਕਰੀ ਕਿਸ ਸ਼ਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਕਹਿਣ ਲੱਗੇ, ਸਿੰਘ ਜੀ ਦੱਸੋ ਵੀ ਤੁਸੀਂ ਕਿਵੇਂ ਸ਼ਰ੍ਹਾ ਧਾਰਨ ਕੀਤੀ। ਜਬ ਸ਼ਤਰਨ ਕੇ ਬਸ ਮਹਿ ਪਰਾ। ਜਦੋਂ ਤੁਸੀਂ ਦੁਸ਼ਮਣ ਦੇ ਵਸ ਪੈ ਗਏ। ਸਭ ਸਿੱਖ ਸਭ ਕਰ ਜੋਰ ਸੁਣਾਈ। ਇਹ ਸਾਰੀ ਵਿਥਿਆ ਦੱਸੋ ਕੀ ਹੋਇਆ। ਤੁਸੀਂ ਆਪ ਧਾਰਨ ਕੀਤੀ ਇਹ ਸਾਰੀ ਸ਼ਰ੍ਹਾ ਜਾਂ ਜ਼ਬਰਦਸਤੀ ਉਹਨਾਂ ਨੇ ਬਣਾਇਆ, ਇਹ ਸਾਰੀ ਵਾਰਤਾ ਸਾਨੂੰ ਦੱਸੋ। ਪੂਰਬ ਸੁਨਤ ਮੋਰ ਕਰਾਈ। ਸਿੰਘ ਨੇ ਦੱਸਿਆ, ਮਹਾਰਾਜ ਪਹਿਲਾਂ ਹੱਥ ਪੈਰ ਬੰਨ ਕੇ ਜੂੜ ਕੇ ਉਹਨਾਂ ਨੇ ਮੇਰੀ ਸੁਨਤ ਕੀਤੀ। ਕਲਮਾ ਅਰ ਨਮਾਜ਼ ਕਰਵਾਏ। ਫਿਰ ਮਹਾਰਾਜ ਮੇਰੇ ਕੋਲੋਂ ਜ਼ਬਰਦਸਤੀ ਕਲਮਾਂ ਪੜਵਾਈਆਂ, ਜਿਵੇਂ ਨਮਾਜ਼ 'ਚ ਬਹਿੰਦੇ ਨੇ ਉਦਾਂ ਮੈਨੂੰ ਬਿਠਾਇਆ। ਕੇਸ਼ ਬੇਅਦਬੀ ਖਾਨ ਖਵਾਏ। ਫਿਰ ਕੇਸਾਂ ਦੀ ਬੇਅਦਬੀ ਕੀਤੀ ਉਹਨਾਂ ਨੇ, ਜ਼ਬਰਦਸਤੀ ਮੇਰੇ ਕੇਸ ਕਤਲ ਕੀਤੇ। ਫਿਰ ਮਹਾਰਾਜ ਉਹਨਾਂ ਨੇ ਆਪਣਾ ਖਾਣਾ ਜਬਰੀ ਮੈਨੂੰ ਖਵਾਇਆ। ਸੁਨ ਗੁਰ ਬੂਝਿਓ ਕਹੋ ਤੂੰ ਸਾਚੇ। ਮਹਾਰਾਜ ਜੀ ਕਹਿੰਦੇ, ਸਿੰਘਾ ਚਲੋ ਇਹ ਸਾਰੀਆਂ ਗੱਲਾਂ ਤੂੰ ਦਸੀਆਂ ਨੇ, ਪਰ ਇੱਕ ਗੱਲ ਹੁਣ ਸਾਨੂੰ ਸੱਚੀ ਸੱਚੀ ਦੱਸੀ ਜੋ ਅਸੀਂ ਪੁੱਛਣ ਲੱਗੇ ਆ, ਉਹਦੇ ਚ ਨਾ ਕੋਈ ਵਲ ਰੱਖੀ, ਬਿਲਕੁਲ ਸੱਚ ਦੱਸੀ ਜੋ ਪੁੱਛਦੇ ਹਾਂ। ਸੰਗ ਤੁਰਕਣੀ ਤੇ ਰਹਿ ਬਾਚੇ। ਇਹ ਦੱਸ ਵੀ ਤੁਰਕਣੀ ਦੇ ਸੰਗ ਤੋਂ ਬਚਿਆ ਰਿਹਾ ਕਿ ਉੱਥੇ ਵੀ ਭ੍ਰਸ਼ਟ ਹੋ ਗਿਆ। ਇਹ ਪੁੱਛਿਆ ਮਹਾਰਾਜ ਜੀ ਕਿ ਤੁਰਕਣੀ ਦੇ ਸੰਗ ਤੋਂ ਬਚਿਆ ਰਿਹਾ। ਇਹ ਸਵਾਲ ਕਲਗੀਧਰ ਜੀ ਨੇ ਪੁੱਛਿਆ। ਸਿੱਖ ਤਬ ਕਹਿਓ ਬਚਾਵਨ ਕੀਨ। ਕਹਿਣ ਲੱਗਾ, ਹਾਂ ਮਹਾਰਾਜ ਤੁਸੀਂ ਇੰਨਾ ਤਰਸ ਜ਼ਰੂਰ ਕੀਤਾ ਵੀ ਉੱਥੋਂ ਬਚਿਆ ਰਿਹਾ, ਤੁਰਕਣੀ ਦੇ ਯੁੱਧ ਤੋਂ, ਤੁਰਕਣੀ ਦੇ ਸੰਗ ਤੋਂ ਮੈਂ ਬਚ ਗਿਆ। ਪ੍ਰਭ ਤੁਮ ਹੱਥ ਦੇ ਰੱਖ ਲੀਨ। ਇਹ ਪ੍ਰਭੂ ਤੁਸੀਂ ਮੈਨੂੰ ਹੱਥ ਦੇ ਕੇ ਰੱਖ ਲਿਆ, ਉੱਥੇ ਮੇਰਾ ਧਰਮ ਭ੍ਰਸ਼ਟ ਨਹੀਂ ਹੋਣ ਦਿੱਤਾ। ਤਬੈ ਕਹਿਓ ਕਰਵਾਏ ਕਰਾਹੇ। ਮਹਾਰਾਜ ਜੀ ਕਹਿੰਦੇ, ਕੁਝ ਨਹੀਂ ਵਿਗੜਿਆ ਫਿਰ ਤੇਰਾ, ਸਿੰਘਾ ਜਾ ਕੜਾ ਪ੍ਰਸ਼ਾਦ ਦੀ ਦੇਗ ਕਰਾ ਤੇ ਪੰਜਾਂ ਸਿੰਘਾਂ ਕੋਲ ਹਾਜ਼ਰ ਹੋ ਕੇ ਦੁਬਾਰਾ ਪੋਲ ਛਕ ਲੈ, ਕੁਝ ਨਹੀਂ ਵਿਗੜਿਆ ਤੇਰਾ। ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਜਾ ਸਿੰਘਾ ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ, ਸ਼ਸਤਰ ਤੂੰ ਗਾਤਰੇ ਫਿਰ ਧਾਰਨ ਕਰ ਜਿਹੜੇ ਕਕਾਰ ਨੇ। ਹਾਂਜੀ,
ਦੇਹੋ ਖਾਲਸੇ ਮਹਿ ਬਰਤਾਹੇ। ਔਰ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਉਹ ਪੰਥ ਦੇ ਵਿੱਚ ਖਾਲਸੇ ਵਿੱਚ ਵੰਡ ਦੇ। ਖਰਾ ਸਿੱਖ ਤੂੰ ਹੈ ਸਭ ਉਹ ਬੇਰੀ। ਬਿਲਕੁਲ ਖਰਾ ਸਾਡਾ ਸਿੱਖ, ਕੱਖ ਨਹੀਂ ਵਿਗਾੜਿਆ ਤੁਰਕਾਂ ਨੇ ਤੇਰਾ। ਉਹਨਾਂ ਨੇ ਆਪਣਾ ਆਪ ਹੀ ਭ੍ਰਸ਼ਟ ਕੀਤਾ, ਤੇਰਾ ਨਹੀਂ ਉਹਨਾਂ ਨੇ ਕੁਝ ਵਿਗਾੜਿਆ। ਸਿੰਘਾ ਤੂੰ ਸਾਡਾ ਖਰਾ ਸਿੰਘ ਹੈ, ਬਿਲਕੁਲ ਖਰਾ ਹੈ। ਬਾਹੇ ਗੁਰੂ ਕੇ ਪਕੜੀ ਤੇਰੀ। ਤੇਰੀ ਬਾਹ ਗੁਰੂ ਕਿਆਂ ਨੇ ਫੜੀ ਹੋਈ ਹੈ, ਚਿੰਤਾ ਨਾ ਰੱਖ ਤੂੰ ਆਪਣੇ ਮਨ ਚ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬਾਦਸ਼ਾਹ ਕਹਿੰਦੇ ਤੇਰੀ ਬਾਹ ਗੁਰੂ ਕਿਆਂ ਨੇ ਫੜੀ ਹੋਈ ਹੈ, ਬੇਫਿਕਰ ਹੋ ਜਾ ਸਿੰਘਾ, ਕਿਉਂਕਿ ਉਹ ਜਬਰੀ ਤੈਨੂੰ ਬਾਹਰੋਂ ਮਨਾ ਰਹੇ ਸੀ, ਮਨੋਂ ਤਾਂ ਨਹੀਂ ਕਬੂਲ ਕੀਤਾ ਨਾ ਤੈਂ। ਜਿਹੜਾ ਤੁਰਕਣੀ ਦੇ ਸੰਗ ਬਾਰੇ ਪੁੱਛਿਆ ਉਹ ਵੀ ਅੱਗੇ ਕਥਾ ਖੋਲਣਗੇ ਵੀ ਉਹ ਕਿਉਂ ਪੁੱਛਿਆ। ਜੇ ਉੱਥੇ ਵੀ ਨਾ ਬਚਿਆ ਹੁੰਦਾ ਤੇ ਫਿਰ ਤੂੰ ਭ੍ਰਸ਼ਟ ਸੀ, ਫਿਰ ਤੂੰ ਵਾਕਈ ਤੁਰਕ ਹੋ ਗਿਆ ਸੀ। ਹੁਣ ਨਹੀਂ ਤੇਰਾ ਕੁਝ ਵਿਗੜਿਆ ਕਿਉਂਕਿ ਉੱਥੋਂ ਤੂੰ ਬਚ ਗਿਆ, ਤੁਰਕਣੀ ਦੇ ਸੰਗ ਤੋਂ ਬਚ ਗਿਆ। ਮਹਾਰਾਜ ਜੀ ਕਹਿੰਦੇ ਤੂੰ ਸਾਡਾ ਖਰਾ ਸਿੱਖ ਹੈ, ਗੁਰੂ ਕਿਆਂ ਨੇ ਤੇਰੀ ਬਾਹ ਫੜੀ ਹੋਈ ਹੈ, ਨਿਸ਼ਚਿੰਤ ਹੋ ਜਾ। ਹੁਤੇ ਸਿੰਘ ਜੇ ਤਬੈ ਹਜੂਰੰ। ਲਾਗੇ ਜਿਹੜੇ ਸਿੰਘ ਬੈਠੇ ਸੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ, ਬੂਝਿਓ ਤਬੈ ਕਹੋ ਗੁਰਪੂਰੰ। ਉਹ ਪੁੱਛਣ ਲੱਗੇ, ਹੈ ਪੂਰੇ ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਮਨ 'ਚ ਸਵਾਲ ਉੱਠਿਆ, ਅਸੀਂ ਪੁੱਛਣਾ ਚਾਹੁੰਦੇ ਹਾਂ। ਮੁਸਲਮਾਨ ਕਿਸ ਬਿਦ ਕਰ ਹੋਏ। ਮਹਾਰਾਜ ਜੀ ਜੇ ਇੰਨਾ ਇਹਦੇ ਨਾਲ ਕੀਤਾ, ਇਹਦੇ ਕੇਸ ਕਤਲ ਕੀਤੇ ਨੇ, ਸੁਨਨਤ ਕੀਤੀ ਹੈ, ਇਹਦੇ ਕੋਲੋਂ ਜਬਰੀ ਕਲਮਾਂ ਪੜਵਾਈਆਂ ਨੇ, ਗੁਸਲ ਕਰਾਇਆ, ਏਦਾਂ ਮੁਸਲਮਾਨ ਨਹੀਂ ਬਣਦਾ ਤੇ ਫਿਰ ਕਿੱਦਾਂ ਬਣਦਾ ਮੁਸਲਮਾਨ? ਜੇ ਇੰਨਾ ਕੁਝ ਉਹਨਾਂ ਨੇ ਕਰ ਦਿੱਤਾ ਤੇ ਮਹਾਰਾਜ ਜੀ ਫਿਰ ਵੀ ਤੁਸੀਂ ਕਹਿੰਦੇ ਹੋ ਸਾਡਾ ਖਰਾ ਸਿੱਖ ਹੈ, ਤੇ ਫਿਰ ਮਹਾਰਾਜ ਜੀ ਮੁਸਲਮਾਨ ਕਿਵੇਂ ਬਣਦਾ ਉਹ ਵੀ ਦੱਸ ਦਿਓ। ਕਿਦੋਂ ਨਾ ਬਨੇ ਬਣਾਵੇ ਸੋਏ। ਜਾਂ ਫਿਰ ਕੋਈ ਦੂਜਾ ਬਣਾਵੇ ਤੇ ਬਣਦਾ ਹੀ ਨਹੀਂ ਹੈ ਮੁਸਲਮਾਨ, ਇਹ ਵੀ ਦੱਸ ਦਿਓ। ਤਬ ਗੁਰ ਬਚਨ ਕਰਿਓ ਸੁਨ ਭਾਈ। ਸੁਣ ਕੇ ਸਤਿਗੁਰੂ ਜੀ ਕਹਿੰਦੇ, ਸਿੰਘੋ ਚੰਗਾ ਸਵਾਲ ਕੀਤਾ, ਆਉਣ ਵਾਲੇ ਸਮੇਂ ਵਿੱਚ ਵੀ ਇਹ ਸਵਾਲ ਦਾ ਜਵਾਬ ਸਿੰਘਾਂ ਨੂੰ, ਪੰਥ ਨੂੰ ਮਿਲੇਗਾ। ਤੁਸੀਂ ਸਹੀ ਸਵਾਲ ਕੀਤਾ ਔਰ ਮੌਕੇ ਦਾ ਸਵਾਲ ਕੀਤਾ। ਸੁਣੋ, ਕਰ ਹੈ ਸ਼ਰਾਜੇ ਰਿਪ ਬੁਰਿਆਈ। ਜੇ ਦੁਸ਼ਮਣ ਜ਼ਬਰਦਸਤੀ ਤੁਹਾਨੂੰ ਮੁਸਲਮਾਨ ਬਣਾਉਣਾ ਚਾਹੇ, ਜਿਵੇਂ ਸਿੱਖ ਨਾਲ ਕੀਤੀ ਜਬਰੀ ਇਹਦੇ ਕੇਸ, ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦਾ ਰਾਜ ਹੈ, ਇਹ ਤੁਰਕ ਕਰਨਗੇ ਇਦਾਂ ਦੇ ਜਰਵਾਣੇ ਕੰਮ। ਜੇ ਜਬਰੀ ਤੁਹਾਨੂੰ ਆਪਣਾ ਧਰਮ ਧਾਰਨ ਕਰਾਉਣਗੇ, ਹਿਰਦੇ ਭਾਵਨਾ ਜਿਸ ਨਹਿ ਹੋਏ। ਪਰ ਜੇ ਤੁਹਾਡੇ ਹਿਰਦੇ 'ਚ ਹੀ ਨਹੀਂ ਭਾਵਨਾ ਹੈ ਉਸ ਧਰਮ ਪ੍ਰਤੀ, ਬਾਹਰੋਂ ਤੁਹਾਨੂੰ ਜ਼ਬਰਦਸਤੀ ਧਾਰਨ ਕਰਾ ਦੇਣ, ਕਰੇ ਜ਼ੋਰ ਤੁਰਕ ਨਾ ਹੋਏ ਸੋਏ। ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਪਰ ਜੇ ਤੁਹਾਡੇ ਹਿਰਦੇ 'ਚ ਹੀ ਭਾਵਨਾ ਨਹੀਂ ਉਹਨਾਂ ਦੇ ਧਰਮ ਪ੍ਰਤੀ, ਤੁਸੀਂ ਤੁਰਕ ਨਹੀਂ ਹੋ ਸਕਦੇ। ਕੋਈ ਵੀ ਤੁਰਕ ਨਹੀਂ ਹੋ ਸਕਦਾ। ਬਾਹਰੋਂ ਭਾਵੇਂ ਜ਼ਬਰਦਸਤੀ ਆਪਣੀ ਸ਼ਰ੍ਹਾ ਦੀਆਂ ਰੀਤੀਆਂ ਜਿਹੜੀਆਂ ਨੇ ਉਹ ਮਨਾਈ ਜਾਣ, ਪਰ ਜੇ ਤੁਹਾਡੇ ਹਿਰਦੇ 'ਚ ਭਾਵਨਾ ਹੀ ਨਹੀਂ ਹੈ, ਮਨੋਂ ਤੁਸੀਂ ਕਬੂਲ ਨਹੀਂ ਕੀਤਾ, ਤੇ ਤੁਸੀਂ ਕਦੇ ਵੀ ਆਪਣੇ ਧਰਮ ਤੋਂ ਭ੍ਰਸ਼ਟ ਨਹੀਂ ਹੋਵੋਗੇ। ਜਬਰੀ ਉਹ ਕਰ ਰਹੇ ਨੇ ਤਾਂ ਉਹਨਾਂ ਦੀ ਜਬਰੀ ਦਾ ਫਲ ਉਹਨਾਂ ਨੂੰ ਭੋਗਣਾ ਪਵੇਗਾ। ਜਬ ਕਾਮੀ ਹੋਏ ਕਰਤਾ ਸੰਗ। ਜਿਹੜਾ ਅਸੀਂ ਬਚਨ ਪੁੱਛਿਆ ਸੀ, ਸਿੰਘਾ ਵੀ ਤੂੰ ਤੁਰਕਣੀ ਦਾ ਸੰਗ ਤਾਂ ਨਹੀਂ ਕੀਤਾ, ਉਹਦੇ ਪਿੱਛੇ ਵੀ ਕਾਰਨ ਸੀ ਵੀ ਜਦੋਂ ਉਹ ਤੁਰਕਣੀ ਲਿਆ ਕੇ ਤੁਹਾਨੂੰ ਦੇਣ, ਤੁਹਾਡਾ ਮਨ ਉਹਦੇ ਨਾਲ ਮਿਲੇਗਾ, ਕਿਉਂਕਿ ਕਾਮ ਕ੍ਰੀੜਾ ਤਾਂ ਮਨ ਮਿਲੇ ਬਿਨਾਂ ਨਹੀਂ ਹੋ ਸਕਦੀ। ਸਰੀਰ ਦੀ ਉਹ ਪ੍ਰਕਿਰਿਆ ਹੈ, ਕੁਦਰਤ ਦੀ ਪ੍ਰਕਿਰਿਆ ਪਰਮੇਸ਼ਰ ਨੇ ਬਣਾਈ ਹੈ, ਉੱਥੇ ਤੁਹਾਡਾ ਮਨ ਮਿਲੇਗਾ। ਜਦੋਂ ਮਨ ਮਿਲੇਗਾ ਫਿਰ ਆਪੇ ਹੀ ਤੁਰਕ ਹੋ ਜਾਓਗੇ, ਕਿਉਂਕਿ ਕਾਮ ਕ੍ਰੀੜਾ ਤਾਂ ਜਿਹੜੀ ਹੈ ਉਹ ਤਾਂ ਜਬਰੀ ਨਹੀਂ ਨਾ ਹੋ ਸਕਦੀ, ਕਿਸੇ ਮਰਦ ਕੋਲੋਂ ਜਬਰੀ ਤਾਂ ਨਹੀਂ ਹੋ ਸਕਦੀ। ਤੋ ਇਸ ਪ੍ਰਕਾਰ ਨਾਲ ਉੱਥੇ ਜਦੋਂ ਤੁਹਾਡਾ ਮਨ ਮਿਲੇਗਾ ਤਾਂ ਉਸ ਵਕਤ ਫਿਰ ਉਹ ਤੁਰਕ ਹੋ ਜਾਏਗਾ। ਤੋ ਮਨ ਮਿਲਤਾ ਹੋਏ ਇੱਕ ਰੰਗ। ਉੱਥੇ ਮਨ ਮਿਲ ਜਾਂਦਾ, ਇੱਕ ਰੰਗ ਹੁੰਦਾ ਹੈ। ਮੁਸਲਮਾਨ ਤਬ ਹੀ ਹੋਏ ਜਾਏ। ਪਹਿਲਾਂ ਸੁਨਨਤ ਕੀਤਿਆਂ ਮੁਸਲਮਾਨ ਨਹੀਂ ਹੋਇਆ, ਕੇਸ ਕਤਲ ਕੀਤਿਆਂ ਜ਼ਬਰਦਸਤੀ ਮੁਸਲਮਾਨ ਨਹੀਂ ਹੋਇਆ, ਪਰ ਜਦੋਂ ਤੁਰਕਣੀ ਦਾ ਸੰਗ ਕੀਤਾ ਤੇ ਫਿਰ ਮੁਸਲਮਾਨ ਹੋ ਗਿਆ, ਫਿਰ ਉੱਥੇ ਪੱਕਾ ਮੁਸਲਮਾਨ ਹੋ ਗਿਆ। ਹਾਂਜੀ, ਮਨ ਹੀ ਕਾਰਨ ਲਖਹੁ ਸਬਾਏ। ਅਸਲ ਵਿੱਚ ਮਨ ਹੀ ਕਾਰਨ ਹੈ ਸਭ ਦਾ, ਧਰਮ ਦਾ ਸੰਬੰਧ ਹੈ ਹੀ ਮਨ ਨਾਲ। ਕੈ ਗੁਰ ਸਿੱਖਨ ਤੇ ਬਖਸ਼ਾਵੇ। ਕਹਿੰਦੇ ਜੇ 4 ਵਜਰ ਕੁਰੈਤਾਂ ਨੇ, 4 ਵਜਰ ਕੁਰੈਤਾਂ ਪੰਥ ਨੂੰ ਮਹਾਰਾਜ ਜੀ ਨੇ ਦੱਸੀਆਂ, ਪਰ ਇਸਤਰੀ ਗਾਮੀ ਨਹੀਂ ਹੋਣਾ, ਕੇਸ ਕਤਲ ਨਹੀਂ ਕਰਾਉਣੇ, ਕੁੱਠਾ ਨਹੀਂ ਖਾਣਾ, ਜਗਤ ਝੂਠ ਤਮਾਕੂ ਦੀ ਵਰਤੋਂ ਨਹੀਂ ਕਰਨੀ। ਅਗਰ ਇਹਨਾਂ 4 ਵਜਰ ਕੁਰੈਤਾਂ ਚੋਂ ਕਿਸੇ ਕੋਲੋਂ ਇੱਕ ਹੋ ਗਈ ਤਾਂ ਉਸ ਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ।
ਵਰਨਾ ਛੋਟੀ ਮੋਟੀ ਜੇ ਕਿਸੇ ਕੋਲੋਂ ਢਿੱਲ ਮੱਠ ਹੋ ਗਈ, ਕਿਰਪਾਨ ਡਿੱਗ ਪਈ, ਕੰਗਾ ਡਿੱਗ ਪਿਆ, ਇਹ ਬੱਜਰ ਕੁਰੈਤ ਨਹੀਂ, ਉਹ ਦੁਬਾਰਾ ਅੰਮ੍ਰਿਤ ਛਕਣ ਦੀ ਲੋੜ ਨਹੀਂ। ਅੰਮ੍ਰਿਤ ਜਦੋਂ ਸਿੰਘ ਛਕਾਉਂਦੇ ਆ, ਕਈ ਵਾਰੀ ਕਹਿੰਦੇ ਜੀ ਸਾਡੇ ਦੋਹਾਂ ਪੈਰਾਂ 'ਚੋਂ ਇਸ਼ਨਾਨ ਕਰਦੇ ਆ, ਕਛਹਿਰਾ ਲੈ ਗਿਆ ਸੀ ਤਾਂ ਛਕਣ ਆਏ ਆ, ਜਾਂ ਜੀ ਸਾਡੀ ਕਿਰਪਾਨ ਡਿੱਗ ਗਈ ਸੀ ਤਾਂ ਛਕਣ ਆਏ ਆ, ਜਾਂ ਜੀ ਸਾਡਾ ਕੰਗਾ ਡਿੱਗ ਪਿਆ ਸੀ ਤਾਂ ਛਕਣ ਆਏ ਆ। ਐਸਾ ਨਹੀਂ, ਉਦੋਂ ਲੋੜ ਨਹੀਂ, ਅਰਦਾਸ ਕਰਕੇ ਦੁਬਾਰਾ ਧਾਰਨ ਕਰ ਲਓ। ਅਗਰ ਚਾਰਾਂ ਬੱਜਰ ਕੁਰੈਤਾਂ 'ਚੋਂ ਇੱਕ ਹੋ ਗਈ, ਫਿਰ ਦੁਬਾਰਾ ਛਕਣਾ ਪਏਗਾ। ਫਿਰ ਭਾਂਡੇ ਨੂੰ ਛੇਕ ਪੈ ਗਿਆ, ਉਹਦੇ ਤੇ ਟਾਂਕਾ ਲੱਗੇਗਾ, ਭਾਂਡਾ ਵਰਤੋਂ 'ਚ ਤੇ ਆ ਜਾਏਗਾ, ਪਰ ਉਹ ਟਾਂਕਾ ਸਾਰੀ ਜ਼ਿੰਦਗੀ ਉਹਦਾ ਵੱਖਰਾ ਦਿਸੇਗਾ। ਬੱਜਰ ਕੁਰੈਤੀਏ ਨੂੰ ਅਗਰ ਉਹ ਅੰਮ੍ਰਿਤ ਛਕ ਕੇ ਪੰਜਾਂ ਕੋਲ ਆ ਕੇ ਆਪਣਾ ਆਪ ਬਖਸ਼ਾ ਲੈਂਦਾ, ਕੋਈ ਵੀ ਬੱਜਰ ਕੁਰੈਤੀਆ ਹੋਵੇ ਚਾਰਾਂ ਵਿੱਚੋਂ, ਉਹ ਪੰਜਾਂ ਕੋਲ ਪੇਸ਼ ਹੋ ਕੇ, ਪੰਜਾਂ ਅੱਗੇ ਪੇਸ਼ ਹੋ ਕੇ ਤਨਖਾਹ ਲਵਾ ਲੈਂਦਾ, ਬਖਸ਼ਾ ਲੈਂਦਾ ਖੰਡੇ ਦੀ, ਪਰ ਉਹਨੂੰ ਸਾਰੀ ਜ਼ਿੰਦਗੀ ਪੰਥ ਦੀਆਂ ਜਿਹੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਆਗੂਆਂ ਦੀਆਂ ਜਾਂ ਪੰਜਾਂ ਪਿਆਰਿਆਂ 'ਚ, ਉਹਦੇ ਵਿੱਚ ਉਹਨੂੰ ਕਦੇ ਸ਼ਮੂਲੀਅਤ ਨਹੀਂ ਮਿਲ ਸਕਦੀ। ਖਾਸ ਕਰਕੇ ਪੰਜਾਂ ਦੀ ਸੇਵਾ ਵਿੱਚ ਬੱਜਰ ਕੁਰੈਤੀਆ ਨਹੀਂ ਮੁੜ ਕੇ ਲੱਗ ਸਕਦਾ, ਭਾਵੇਂ ਦੁਬਾਰਾ ਅੰਮ੍ਰਿਤ ਵੀ ਛਕ ਲੈ। ਬੱਜਰ ਕੁਰੈਤੀਏ ਨੂੰ ਦੁਬਾਰਾ ਉਹਨਾਂ ਪੰਜਾਂ ਵਿੱਚ ਲੱਗਣ ਦੀ ਇਜਾਜ਼ਤ ਨਹੀਂ ਹੈ। ਇਹ ਪੰਥ ਦੀਆਂ ਮਰਿਆਦਾਵਾਂ ਨੇ, ਪੰਥ ਦੇ ਫੈਸਲੇ ਨੇ। ਅਗਰ ਕਿਸੇ ਦੀ ਬੱਜਰ ਕੁਰੈਤ ਹੁੰਦੀ ਹੈ, ਉਹ ਬੱਜਰ ਕੁਰੈਤੀਆ ਸਾਰੇ ਸਮਾਜ ਦੇ ਵਿੱਚ ਵੰਡਿਆ ਜਾਂਦਾ ਹੈ। ਉਹਨੂੰ ਜਦੋਂ ਦੁਬਾਰਾ ਪੰਜਾਂ 'ਚ ਲਾਇਆ ਜਾਏਗਾ, ਉਹਨਾਂ ਪੰਜਾਂ ਕੋਲ ਜਦੋਂ ਆਮ ਜਗਿਆਸੂ ਆ ਕੇ ਪੇਸ਼ ਹੋਵੇਗਾ, ਆਖੇਗਾ ਤਾਂ ਉਹ ਫਲਾਣਾ ਬੰਦਾ ਬੱਜਰ ਕੁਰੈਤੀਆ, ਉਹਦੀ ਭਾਵਨਾ ਹੀ ਨਹੀਂ ਬਣਨੀ ਉਹਨਾਂ ਪੰਜਾਂ ਤੇ। ਏਦਾਂ ਇਹ ਬੜੇ ਗੁੱਝੇ ਜੇ ਸਿਧਾਂਤਕ ਭੇਦ ਨੇ, ਸਾਧਕ ਸਮਝ ਸਕਦੇ ਨੇ। ਇਹਦੇ ਵਿੱਚ ਬੜੀਆਂ ਨਿੱਕੀਆਂ ਨਿੱਕੀਆਂ ਬਾਤਾਂ ਤੇ ਬਰੀਕੀਆਂ ਹਨ। ਕਲੰਕੀ ਹੋ ਗਿਆ ਫਿਰ ਕਲੰਕੀ ਨੂੰ। ਹਾਂਜੀ, ਹੁਣ ਇੱਥੇ ਦੱਸਦੇ ਨੇ ਕਿ ਅਗਰ ਉਹਨਾਂ ਚਾਰਾਂ ਵਿੱਚੋਂ ਕੋਈ ਬੱਜਰ ਕੁਰੈਤ ਹੁੰਦੀ ਹੈ ਤੇ ਉਹ ਪੰਜਾਂ ਕੋਲ ਪੇਸ਼ ਹੋ ਜਾਏ ਤਾਂ ਉਹ ਬਖਸ਼ਿਆ ਜਾਂਦਾ ਹੈ। ਸੋ ਸਿੱਖ ਅਗਤੇ ਬਖਸ਼ਿਓ ਜਾਵੇ। ਉਹ ਪਛਤਾਵਾ ਕਰ ਲਵੇ ਵੀ ਮੈਂ ਅੱਗੇ ਤੋਂ ਤੋਬਾ ਕਰਨਾ। ਇਹ ਨਹੀਂ ਵੀ ਰੋਜ਼ ਹੀ ਬੱਜਰ ਕੁਰੈਤ ਕਰੇ, ਰੋਜ਼ ਹੀ ਅੰਮ੍ਰਿਤ ਛਕਣ ਆ ਜਾਏ। ਐਸਾ ਨਹੀਂ ਹੈ। ਕਈਆਂ ਨੇ ਤਾਂ ਇਦਾਂ ਵੀ ਬਣਾਇਆ ਹੁੰਦਾ ਪਖੰਡ, ਪਹਿਲਾਂ ਗਲਤੀ ਕਰ ਲਓ ਜੀ, ਮੁੜ ਕੇ ਚਲੋ ਜੀ ਮਾਫੀ ਮੰਗ ਲੈਂਦੇ ਆ ਜੀ ਜਾ ਕੇ। ਕਈਆਂ ਨੇ ਖੇਡ ਹੀ ਬਣਾਈ ਹੋਈ ਹੈ। ਐਸਾ ਨਹੀਂ ਹੈ। ਅੱਗੇ ਤੋਂ ਪਛਤਾਵਾ ਕਰੇ ਔਰ ਪੰਥ ਅੱਗੇ ਹਾਜ਼ਰ ਹੋ ਜਾਏ ਔਰ ਹਾਜ਼ਰ ਹੋ ਕੇ ਤਨਖਾਹ ਲਵਾ ਲਵੇ ਔਰ ਤਨਖਾਹ ਲਵਾਉਣ ਤੋਂ ਬਾਅਦ ਫਿਰ ਪੰਥ ਦੀ ਸੇਵਾ ਕਰੇ, ਉਹ ਬਖਸ਼ਿਆ ਜਾਂਦਾ ਹੈ। ਜੋ ਤੁਰਕਨ ਸਿੱਖ ਭੋਗਹਿ ਜਾਏ। ਪਰ ਜੇ ਤੁਰਕਣੀ ਯੁੱਧ ਕੀਤਾ, ਤੁਰਕਣੀ ਦਾ ਸੰਗ ਕੀਤਾ, ਉਹ ਭਾਵੇਂ ਮੁੜ ਕੇ ਪੰਜਾਂ ਕੋਲ ਵੀ ਪੇਸ਼ ਹੋ ਜਾਏ, ਉਹ ਕਦੇ ਨਹੀਂ ਬਖਸ਼ਿਆ ਜਾਏਗਾ। ਇਹ ਗੁਰਦੇਵ ਸਪਸ਼ਟ ਕਰ ਰਹੇ ਨੇ ਬਚਨ। ਇਹ ਮਰਿਆਦਾ ਹੈ। ਫੌਜ ਦੀ ਇੱਕ ਮਿਲਟਰੀ ਦੀ ਹੁੰਦੀ ਨਾ, ਮਿਲਟਰੀ ਦੀ ਇੱਕ ਮਰਿਆਦਾ ਹੁੰਦੀ ਹੈ। ਖਾਲਸਾ ਫੌਜ ਹੈ ਤੇ ਫੌਜ ਦੀ ਮਰਿਆਦਾ ਬਣਾ ਰਹੇ ਨੇ ਮਹਾਰਾਜ। ਇਸ ਮਰਿਆਦਾ ਕਿਉਂਕਿ ਕੀ ਕਰਦੇ ਸੀ, ਇਹੀ ਕੁਝ ਹੁੰਦਾ ਸੀ। ਇਹ ਪਹਾੜੀਏ ਵੀ ਇਹੀ ਕੁਝ ਕਰਦੇ ਸੀ ਵੀ ਜਦੋਂ ਕੋਈ ਦੁਸ਼ਮਣ ਚੜ ਕੇ ਆਉਣਾ, ਆਪਣੀ ਲੜਕੀ ਦੇ ਦੇਣੀ, ਧੀ ਭੈਣ ਲਿਆ ਕੇ ਭੇਟਾ ਕਰ ਦੇਣੀ। ਸਿੰਘਾਂ ਨੇ ਵੀ ਆਉਣ ਵਾਲੇ ਸਮੇਂ 'ਚ ਜੂਝਣਾ, ਯੁੱਧ ਕਰਨਾ, ਤੇ ਤੁਰਕਾਂ ਦਾ ਰਾਜ ਸੀ। ਉਹ ਇਹ ਸਕੀਮ ਵਰਤਣਗੇ, ਉਹ ਲਿਆ ਕੇ ਤੁਰਕਣੀਆਂ ਹਾਜ਼ਰ ਕਰਨਗੇ ਸਿੰਘਾਂ ਅੱਗੇ। ਗੁਰਦੇਵ ਪਹਿਲਾਂ ਹੀ ਸਪਸ਼ਟ ਕਰ ਰਹੇ ਨੇ, ਅਗਰ ਕਿਸੇ ਨੇ ਤੁਰਕਣੀ ਦਾ ਸੰਗ ਕੀਤਾ, ਪਾਤਸ਼ਾਹ ਕਹਿੰਦੇ ਉਹ ਨਹੀਂ ਬਖਸ਼ਿਆ ਜਾਏਗਾ। ਹਾਂਜੀ, ਸੋ ਨਹਿ ਬਖਸ਼ਿਓ ਜਾਏ ਕਦਾਏ। ਉਹ ਕਦੀ ਨਹੀਂ ਬਖਸ਼ਿਆ ਜਾਏਗਾ। ਇਹਦੇ ਵਿੱਚ ਨੀਤੀ ਸੀ। ਜਿਨ੍ਹਾਂ ਨਾਲ ਤੁਹਾਡੀ ਲੜਾਈ ਚੱਲ ਰਹੀ ਹੈ, ਉਸ ਵੇਲੇ ਤੁਰਕ ਬਲਵਾਨ ਸਨ, ਉਹਨਾਂ ਦਾ ਰਾਜ ਸੀ, ਉਹਨਾਂ ਦੇ ਖਿਲਾਫ ਮਹਾਰਾਜ ਜੀ ਨੇ ਫੌਜ ਖੜੀ ਕੀਤੀ ਹੈ। ਉਹ ਇਹ ਹੱਥ ਕੰਡਾ ਅਪਣਾਉਣਗੇ। ਕਿਸੇ ਯੋਧੇ ਨੂੰ ਜਦੋਂ ਉਦਾਂ ਕਾਬੂ ਨਾ ਕੀਤਾ ਜਾ ਸਕੇ, ਵੱਡੇ ਵੱਡੇ ਸੂਰਮਿਆਂ ਨੂੰ ਇਸਤਰੀਆਂ ਨੇ ਜਾ ਕੇ ਆਪਣੇ ਆਚਰਣ ਤੋਂ ਡੇਗ ਦਿੱਤਾ। ਗੁਰਦੇਵ ਨੇ ਆਪਣੇ ਖਾਲਸੇ ਨੂੰ ਆਚਰਣ ਦਾ ਪੱਕਾ ਬਣਾਇਆ। ਤੋ ਪਾਤਸ਼ਾਹ ਕਹਿੰਦੇ ਉਹ ਨਹੀਂ ਬਖਸ਼ਿਆ ਜਾਏਗਾ ਜਿਹੜਾ ਤੁਰਕਣੀ ਯੁੱਧ ਕਰੇਗਾ। ਹਾਂਜੀ, ਪਾਕੋ ਮੁਸਲਮਾਨ ਹੋਏ ਸੋਏ। ਕਹਿੰਦੇ ਫਿਰ ਉਹ ਮੁਸਲਮਾਨ ਹੀ ਹੋ ਗਿਆ, ਸਮਝ ਲਓ। ਹਾਂਜੀ, ਪ੍ਰਥਮ ਅਜਾਨ ਜੇ ਭੁੱਲੇ ਕੋਏ। ਹਾਂ, ਜਦੋਂ ਸਿੰਘ ਨਹੀਂ ਸੀ, ਇਹ ਵੀ ਦੱਸ ਰਹੇ ਨੇ ਮਹਾਰਾਜ ਵੀ ਜਦੋਂ ਸਿੰਘ ਨਹੀਂ ਸੀ, ਪੰਥ ਵਿੱਚ ਨਹੀਂ ਸੀ ਆਇਆ, ਉਸ ਤੋਂ ਪਹਿਲਾਂ ਅਗਰ ਕਿਤੇ ਭੁੱਲ ਵਿੱਚ ਤੁਰਕਣੀ ਦਾ ਸੰਗ ਇਹਨੇ ਕੀਤਾ ਹੋਵੇ, ਮਿਲ ਤੁਰਕਨ ਸੰਗ ਸਿੱਖ ਬਣ ਜਾਏ। ਅੰਮ੍ਰਿਤ ਛਕਣ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ ਵੀ ਪਹਿਲਾਂ ਕਿਤੇ ਅੰਮ੍ਰਿਤ ਛਕਣ ਤੋਂ, ਸਿੰਘ ਸਜਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਜੀਵਨ ਹੁੰਦੇ ਆ, ਕਈਆਂ ਦੀ ਕਿੱਦਾਂ ਦੀ ਬਿਰਤੀ, ਕਿੱਥੇ ਕਿੱਥੇ ਕੋਈ ਰਹਿ ਕੇ ਆਇਆ। ਅਗਰ ਪਹਿਲਾਂ ਵੇਖੋ ਮਹਾਰਾਜ ਉਹ ਵੀ ਵਿਧਾਨ ਦੱਸ ਰਹੇ ਨੇ ਨਾਲ ਨਾਲ।
ਸਿੰਘ ਸਜ ਕੇ ਬਾਅਦ ਵਿੱਚ ਕੀ ਮਰਿਆਦਾ ਹੈ? ਸਿੰਘ ਸਜਣ ਤੋਂ ਪਹਿਲਾਂ ਅਗਰ ਕਿਸੇ ਕੋਲੋਂ ਐਸਾ ਪਾਪ ਹੋਇਆ, ਗੁਨਾਹ ਹੋਇਆ, ਸੋ ਪੀ ਛੂਟ ਜਾਏ ਗੁਰ ਧਿਆਏ। ਉਹ ਆ ਕੇ ਪੰਥ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਛਕ ਲੇ, ਉਹ ਤਾਂ ਬਖਸ਼ਿਆ ਜਾਏਗਾ। ਪਰ ਅੰਮ੍ਰਿਤ ਛਕਣ ਤੋਂ ਬਾਅਦ, ਸਿੰਘ ਸਜਣ ਤੋਂ ਬਾਅਦ ਅਗਰ ਤੁਰਕਣੀ ਦਾ ਸੰਗ ਕਰਦਾ ਹੈ, ਪਰ ਇਸਤਰੀਗਾਮੀ ਹੁੰਦਾ ਹੈ, ਤਾਂ ਉਸ ਵਕਤ ਫਿਰ ਇਹ ਬਖਸ਼ਿਆ ਨਹੀਂ ਜਾਏਗਾ। ਹਾਂਜੀ। ਪੁਨ ਸਿੰਘਨ ਬੂਝੇ ਗੁਣ ਖਾਨੀ। ਫਿਰ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਹੇ ਗੁਣਾਂ ਦੀ ਖਾਨ ਕਲਗੀਧਰ ਜੀ, ਬ੍ਰਿੰਦ ਤੁਰਕ ਭੋਗੈ ਹਿੰਦਵਾਨੀ। ਮਹਾਰਾਜ ਜੀ ਵੀ ਇਹ ਤੁਰਕ ਵੀ ਤਾਂ ਸਾਡੇ ਨਾਲ ਧੱਕਾ ਕਰਦੇ ਆ, ਹਿੰਦੂਆਂ ਦੀਆਂ ਜਿਹੜੀਆਂ ਬਹੂ ਬੇਟੀਆਂ ਨੇ ਜਬਰੀ ਉਹਨਾਂ ਨੂੰ ਘਰ ਲੈ ਜਾਂਦੇ ਆ, ਉਹਨਾਂ ਨਾਲ ਵਿਭਚਾਰ ਭੋਗਦੇ ਆ, ਬਲਾਤਕਾਰ ਕਰਦੇ ਨੇ। ਇਹ ਤੁਰਕ ਵੀ ਤਾਂ ਧੱਕਾ ਕਰਦੇ ਆ। ਸਿੰਘਾਂ ਦੇ ਮਨ 'ਚ ਵੀ ਜਿਹੜਾ ਸਵਾਲ ਉੱਠਿਆ, ਪੁੱਛਦੇ ਨੇ, ਮਹਾਰਾਜ ਜਿਹੜੇ ਤੁਰਕ ਨੇ ਇਹ ਕਿੰਨੇ ਜਰਵਾਣੇ ਨੇ? ਇਹ ਜਦੋਂ ਹਮਲਾ ਕਰਦੇ ਨੇ, ਜਬਰੀ ਪਿੰਡਾਂ ਵਿੱਚੋਂ ਲੋਕਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਲੈ ਜਾਂਦੇ, ਉਹਨਾਂ ਨਾਲ ਜ਼ਬਰਦਸਤੀ ਕਰਦੇ, ਬਲਾਤਕਾਰ ਕਰਦੇ ਨੇ। ਐਸੇ ਦੁਸ਼ਟ ਹਨ। ਸਿੱਖ ਬਦਲਾ ਲੈ ਭਲਾ ਜਨਾਏ। ਤੇ ਮਹਾਰਾਜ ਜਦੋਂ ਇਹਨਾਂ ਤੁਰਕਾਂ ਨੂੰ ਮਾਰਾਂਗੇ, ਫਿਰ ਇਹਨਾਂ ਦੀਆਂ ਤੁਰਕਣੀਆਂ ਤੋਂ ਅਸੀਂ ਵੀ ਬਦਲਾ ਲਈਏ। ਫਿਰ ਤਾਂ ਮਹਾਰਾਜ ਦੋਵੇਂ ਪਾਸੇ ਹੋਣਾ ਚਾਹੀਦਾ ਕੰਮ। ਸਾਨੂੰ ਵੀ ਖੁੱਲ੍ਹ ਹੋਣੀ ਚਾਹੀਦੀ ਹੈ। ਜੋ ਕਰਦੇ ਨੇ ਫਿਰ ਅਸੀਂ ਵੀ ਉਦਾਂ ਹੀ ਕਰੀਏ। ਫਿਰ ਸਾਨੂੰ ਵੀ ਬਦਲਾ ਲੈਣ ਦਾ ਹੱਕ ਹੋਣਾ ਚਾਹੀਦਾ। ਤੁਸੀਂ ਸਾਨੂੰ ਰੋਕ ਰਹੇ ਹੋ ਕਿਉਂ? ਗੁਰ ਸ਼ਾਸਤਰ ਵਰਜ ਹਟਾਏ। ਮਹਾਰਾਜ ਫਿਰ ਗੁਰੂ ਸ਼ਾਸਤਰ ਜੀ ਤੁਸੀਂ ਕਿਉਂ ਸਾਨੂੰ ਵਰਜ ਕੇ ਹਟਾਉਂਦੇ ਹੋ, ਰੋਕਦੇ ਹੋ? ਜੇ ਉਹ ਨਹੀਂ ਛੱਡਦੇ, ਮਾੜਾ ਕੰਮ ਕਰਦੇ ਆ, ਤੇ ਫਿਰ ਉਹਨਾਂ ਦੇ ਕੋਲੋਂ ਵੀ ਤਾਂ ਬਦਲਾ ਲਈਏ ਨਾ। ਉਹਨਾਂ ਕੋਲੋਂ ਵੀ ਇਸੇ ਤਰ੍ਹਾਂ ਹੀ ਬਦਲਾ ਲੈਣਾ ਚਾਹੀਏ। ਸੁਣ ਸਤਿਗੁਰ ਬੋਲੇ ਤਿਸ ਬੇਰੇ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਬੋਲੇ। ਸਿੰਘਾਂ ਦਾ ਇਹ ਵੀ ਸਵਾਲ ਵਾਜਬ ਸੀ ਵੀ ਜੇ ਉਹ ਕਰਦੇ ਨੇ ਤੇ ਅਸੀਂ ਵੀ ਕਰੀਏ, ਜੇ ਉਹ ਲੁੱਟਦੇ ਨੇ ਅਸੀਂ ਵੀ ਲੁੱਟੀਏ, ਜੇ ਉਹ ਵਧੀਕੀ ਕਰਦੇ ਨੇ ਅਸੀਂ ਵੀ ਕਰੀਏ। ਫਿਰ ਤਾਂ ਸਮਾਜ ਵਿੱਚ ਇਹੀ ਕੁਝ ਹੁੰਦਾ ਨਾ। ਪਰ ਗੁਰਦੇਵ ਵੇਖੋ ਕੈਸਾ ਨਿਰਮਲ ਧਰਮ ਖਾਲਸਾ। ਮਾਣ ਹੋਣਾ ਚਾਹੀਦਾ ਸਿੰਘੋ, ਅਸੀਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਖਾਲਸੇ ਦੇ ਸੇਵਾਦਾਰ ਹਾਂ। ਇਹ ਮਾਣ ਹੋਣਾ ਚਾਹੀਦਾ। ਇਹੋ ਜਿਹਾ ਪੰਥ ਹੈ ਕਿਤੇ ਕੋਈ? ਇਹੋ ਜਿਹਾ ਪੰਥ ਸੰਸਾਰ 'ਚ? ਇਹ ਨਿਰਮਲ ਪੰਥ ਹੈ ਗੁਰੂ ਕਾ ਖਾਲਸਾ। ਏਦਾਂ ਹੀ ਨਹੀਂ ਮੇਰੇ ਸਾਹਿਬ ਨੇ ਕਹਿ ਦਿੱਤਾ। ਇਹਨੂੰ ਨਿਰਮਲ ਬਣਾਉਣ ਵਾਸਤੇ ਗੁਰਦੇਵ ਨੇ ਬੜੇ ਸੰਚੇ 'ਚ ਢਾਲਿਆ। ਇਹਨੂੰ ਆਪਣੇ ਉਪਦੇਸ਼ ਦੇ ਸੰਚੇ 'ਚ ਢਾਲ ਕੇ ਇਹਨੂੰ ਨਿਰਮਲ ਕੀਤਾ। ਫਿਰ ਨਿਰਮਲ ਕਰਕੇ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਹਮਰਾ ਪੰਥ ਉੱਚ ਉਚੇਰਾ। ਸਾਡਾ ਪੰਥ ਦੁਨੀਆ ਦੇ ਸਾਰੇ ਉੱਚਿਆਂ ਪੰਥਾਂ 'ਚ ਉੱਚਾ ਹੈ, ਵੱਡਾ ਹੈ। ਸਾਡੇ ਪੰਥ ਵਰਗਾ, ਖਾਲਸੇ ਵਰਗਾ ਕੋਈ ਨਹੀਂ। ਇਹ ਮਾਣ ਹੋਣਾ ਚਾਹੀਦਾ ਸਾਨੂੰ, ਇਹ ਗੌਰਵ ਹੋਣਾ ਚਾਹੀਦਾ। ਅਸੀਂ ਉਸ ਪੰਥ ਦੇ ਹਿੱਸੇਦਾਰ ਹਾਂ, ਉਸ ਪੰਥ ਦੇ ਪਾਂਧੀ ਹਾਂ ਜਿਹੜਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਨੇ ਐਸਾ ਨਿਰਮਲ ਪੰਥ ਸਾਜਿਆ। ਸਿੰਘਾਂ ਨੇ ਜਿਵੇਂ ਪੁੱਛਿਆ, ਤੇ ਗੁਰਦੇਵ ਕੈਸਾ ਨਿਰਮਲ ਉਪਦੇਸ਼ ਦੇ ਰਹੇ ਨੇ ਸਿੰਘਾਂ ਨੂੰ। ਸੁਣੋ ਭਾਈ। ਹਮਲੇ ਜਾਨੋ ਪੰਥ ਉਚੇਰੇ। ਮਹਾਰਾਜ ਜੀ ਕਹਿੰਦੇ ਸਾਡਾ ਪੰਥ ਇਹਨਾਂ ਤੁਰਕਾਂ ਮਲੇਛਾਂ ਦੇ ਪੰਥ ਵਰਗਾ ਭ੍ਰਸ਼ਟ ਨਹੀਂ ਹੈ। ਬਾਦਸ਼ਾਹ ਕਹਿੰਦੇ ਸਾਡਾ ਪੰਥ ਬੜਾ ਉੱਚਾ ਹੈ। ਇਹ ਗੁਰੂ ਨਾਨਕ ਸਾਹਿਬ ਦਾ ਪੰਥ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੰਥ ਹੈ। ਸਾਡਾ ਪੰਥ ਬੜਾ। ਦੁਬਾਰਾ ਪੜੋ ਜੀ ਇਹ ਪੰਕਤੀ। ਹਮਲੇ ਜਾਨੋ ਪੰਥ ਉਚੇਰੇ। ਸਾਡਾ ਇਹ ਪੰਥ ਉੱਚਾ ਹੈ। ਇਹ ਪੰਕਤੀ ਚਿੱਤ ਕਰਦਾ ਪੜ੍ਹੀ ਜਾਈਏ ਕਲਗੀਧਰ ਪਾਤਸ਼ਾਹ ਦੇ। ਫਿਰ ਪੜੋ ਜੀ। ਹਮਲੇ ਜਾਨੋ ਪੰਥ ਉਚੇਰੇ। ਸਾਡਾ ਪੰਥ ਬੜਾ ਉੱਚਾ ਹੈ। ਇਹ ਖਾਲਸਾ ਪੰਥ ਹੈ। ਇਹ ਬੜਾ ਉੱਚਾ ਹੈ, ਸੁੱਚਾ ਹੈ, ਨਿਰਮਲ ਕਰਤਾਰ ਵਾਲਾ ਹੈ। ਹਾਂਜੀ। ਨਹੀਂ ਅਧੋਗਤ ਬਿਖੈ ਪੁਚਾਵੇ। ਏਡਾ ਉੱਚਾ ਪੰਥ ਹੈ ਸਾਡਾ। ਅਸੀਂ ਇਹ ਅਧੋਗਤੀ ਜਿਹੜੀ ਨੀਚ ਬਿਰਤੀ ਹੈ ਇਹਨਾਂ ਤੁਰਕਾਂ ਦੀ, ਉੱਥੇ ਅਸੀਂ ਆਪਣੇ ਪੰਥ ਨੂੰ ਕਿਵੇਂ ਪਹੁੰਚਾ ਦਈਏ? ਅਸੀਂ ਤਾਂ ਬੜਾ ਉੱਚਾ ਚੁੱਕਿਆ ਆਪਣੇ ਪੰਥ ਨੂੰ। ਇਹ ਕਰਤੂਤਾਂ ਜਿਹੜੀਆਂ ਇਹ ਤੁਰਕ ਕਰਦੇ ਨੇ, ਜਬਰੀ ਕਰਦੇ ਨੇ ਔਰਤਾਂ ਨਾਲ, ਹਿੰਦਵਾਣੀਆਂ ਨਾਲ, ਇਹ ਤਾਂ ਨੀਚ ਬਿਰਤੀ ਹੈ, ਅਧੋਗਤੀ। ਪਤਾਲ ਤੋਂ ਵੀ ਥੱਲੇ ਅਗਰ ਕੋਈ ਥਾਂ ਹੋਵੇ, ਪਤਾਲ ਸਭ ਤੋਂ ਥੱਲੇ ਹੈ ਨਾ, ਉਹਦੇ ਤੋਂ ਵੀ ਥੱਲੇ ਕੋਈ ਥਾਂ ਹੋਵੇ, ਇਹ ਉਹ ਕਰਤੂਤ ਹੈ ਨੀਚ, ਇੰਨੀ ਨੀਚ ਹੈ। ਤੇ ਸਾਡਾ ਪੰਥ ਜਿੰਨੇ ਆਕਾਸ਼ ਉੱਚੇ ਨੇ, ਜੇ ਸਾਰੇ ਆਕਾਸ਼ਾਂ ਤੋਂ ਉੱਤੇ ਕੋਈ ਕਹੀਏ ਤਾਂ ਸਾਡਾ ਪੰਥ ਸਭ ਤੋਂ ਆਕਾਸ਼ਾਂ, ਸਾਰੇ ਆਕਾਸ਼ਾਂ ਤੋਂ ਉੱਤੇ ਹੈ। ਤੇ ਐਡਾ ਉੱਚਾ ਪੰਥ। ਸਤਿ ਸ੍ਰੀ ਅਕਾਲ। ਇਤਨਾ ਉੱਚਾ ਪੰਥ ਅਸੀਂ ਏਦਾਂ ਨੀਚ ਜਾਂ ਏਦਾਂ ਦੀ ਬਿਰਤੀ ਅਸੀਂ ਆਪਣੇ ਪੰਥ ਨੂੰ ਕਿਵੇਂ ਦੇ ਦਈਏ? ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਪੰਥ ਦੀ ਮਹਾਰਾਜ ਜੀ ਪਰਿਭਾਸ਼ਾ ਦੱਸ ਰਹੇ ਨੇ। ਖਾਲਸਾ ਜੀ ਇਹ ਨਾ ਸਮਝੋ ਵੀ ਤੁਹਾਡਾ ਪੰਥ ਇਦਾਂ ਹੀ ਹੈ, ਇਹ ਪੰਥ ਬੜਾ ਉੱਚਾ ਹੈ ਤੁਹਾਡਾ। ਤੇ ਆ ਜਿਹੜੀਆਂ ਕਰਤੂਤਾਂ ਤੁਸੀਂ ਨਾ ਤੁਰਕਾਂ ਦੀਆਂ ਦਸੀਆਂ ਨੇ ਬੜੀਆਂ ਨੀਚ ਨੇ। ਇਹ ਤਾਂ ਅਧੋਗਤੀ, ਰਸਾਤਲ, ਪਤਾਲ ਤੋਂ ਵੀ ਥੱਲੇ ਕੋਈ ਥਾਂ ਹੋਵੇ, ਇੰਨੀ ਨੀਚ ਬਿਰਤੀ ਹੈ ਜਿਹੜੀ ਲੋਕਾਂ ਦੀ ਹੈ, ਇਤਨੀ ਨੀਚ। ਸਾਡੇ ਪੰਥ ਦੀ ਇਹ ਮਰਿਆਦਾ ਨਹੀਂ। ਸਾਡਾ ਪੰਥ ਤਾਂ ਜਿੱਥੇ ਖਲੋ ਜਾਏ ਉੱਥੇ ਪਰਾਏ ਮਜ਼ਹਬਾਂ ਤੇ ਧਰਮਾਂ ਦੀਆਂ ਔਰਤਾਂ ਵੀ ਇਹ ਸਮਝਦੀਆਂ ਨੇ ਕਿ ਹੁਣ ਇੱਥੇ ਅਸੀਂ ਮਹਿਫੂਜ਼ ਹਾਂ, ਪੂਰਨ ਤੌਰ ਤੇ ਸੁਰੱਖਿਅਤ ਹਾਂ। ਸਾਡੀ ਆਨ ਤੇ ਬਾਨ ਦੇ ਰਾਖੇ ਆ ਖਾਲਸਾ ਖੜਾ ਹੈ, ਸਿੰਘ ਖੜੇ ਨੇ। ਸਾਡਾ ਪੰਥ ਇਹ ਹੈ। ਕਿਸੇ ਸਰਦਾਰ ਨੂੰ, ਦਸਤਾਰਧਾਰੀ ਨੂੰ, ਸ਼ਸਤਰਧਾਰੀ ਨੂੰ ਵੇਖ ਕੇ ਘਬਰਾਈ ਹੋਈ ਔਰਤ ਇੱਕਦਮ ਹੌਸਲੇ 'ਚ ਆ ਜਾਂਦੀ ਹੈ। ਸਾਡਾ ਪੰਥ ਹੈ, ਇਹ ਗੁਰੂ ਕਾ ਖਾਲਸਾ ਔਰ ਬੜਾ ਉੱਚਾ ਪੰਥ ਹੈ। ਆਤਮ ਰਸ ਜੋ ਜਾਨ ਹੀ ਸੋ ਹੈ ਖਾਲਸ ਦੇਵ, ਜਿਹੜਾ ਸਰੀਰ ਦੇ ਰਸਾਂ ਵਿੱਚ ਨਹੀਂ ਹੈ, ਆਤਮਾ ਦੇ ਰਸ ਵਿੱਚ ਹੈ। ਜਿੱਥੇ ਆਤਮਾ ਦਾ ਰਸ ਹੀ ਖਾਲਸਾ ਮਾਣਦਾ ਹੈ। ਸਾਡਾ ਪੰਥ ਸਰੀਰ ਦੇ ਰਸਾਂ ਕਸਾਂ 'ਚ ਨਹੀਂ ਹੈ, ਸਾਡਾ ਪੰਥ ਆਤਮਾ ਦਾ ਰਸ ਮਾਣਦਾ ਹੈ। ਸਰੀਰਕ ਰਸ ਕਸਾਂ ਵਿੱਚ ਨਹੀਂ। ਉਹ ਗ੍ਰਸਥ ਦੇ ਧਰਮ ਸੰਸਾਰ ਦੀ ਉਤਪਤੀ ਲਈ, ਸੰਤਾਨ ਦੀ ਉਤਪਤੀ ਲਈ ਹੈਣ, ਪਰ ਉੱਥੇ ਵੀ ਸਿੰਘ ਆਤਮ ਰਸ ਵਿੱਚ ਹੀ ਵਰਤਦਾ ਹੈ, ਸਰੀਰਕ ਰਸਾਂ ਵਿੱਚ ਨਹੀਂ ਵਰਤਦਾ। ਭੋਗ ਵਿੱਚ ਵੀ ਯੋਗ ਰਸ ਮਾਣਦਾ ਹੈ, ਸਾਡਾ ਉਹ ਖਾਲਸਾ ਹੈ। ਭੋਗ ਵਿੱਚ ਵੀ ਯੋਗ ਰਸ ਨੂੰ ਮਾਣਦਾ ਹੈ। ਐਸਾ ਸਾਡਾ ਪੰਥ ਹੈ ਖਾਲਸਾ ਜੀ। ਜਾਂ ਤੇ ਕਲਮਲ ਕਰਨ ਹਟਾਵੇ। ਇਸ ਕਰਕੇ ਅਸੀਂ ਆਪਣੇ ਪੰਥ ਨੂੰ ਇਹੋ ਜਿਹੇ ਕਲਮਲ, ਇਹੋ ਜਿਹੇ ਪਾਪ, ਇਹੋ ਜਿਹੀਆਂ ਨੀਚ ਬਿਰਤੀਆਂ ਤੋਂ ਹਟਾਉਂਦੇ ਹਾਂ। ਪੰਥ ਭੂਤਨਾ ਕੋ ਹੈ ਜੋਈ। ਉਹ ਜਿਹੜਾ ਪੰਥ ਹੈ ਮਲੇਛਾਂ ਦਾ, ਉਹ ਭੂਤਣਿਆਂ ਦਾ ਪੰਥ ਹੈ। ਮਹਾਰਾਜ ਜੀ ਕਹਿੰਦੇ ਇਹ ਭੂਤਾਂ, ਇਹ ਭੂਤ ਹੀ ਨੇ ਨਾ, ਇਹ ਭੂਤਣੇ ਨੇ। ਇਹ ਕੋਈ ਬੰਦੇ ਥੋੜੀ ਹੈ, ਇਨਸਾਨ ਥੋੜੀ ਹੈ, ਹੈਵਾਨ ਨੇ। ਇਹ ਹੈਵਾਨਾਂ ਦਾ ਪੰਥ ਹੈ ਇਦਾਂ ਦਾ। ਹਾਂਜੀ, ਲਿਓ ਸੰਭਾਲ ਮੁਹੰਮਦ ਸੋਈ। ਇਹ ਉਹਨਾਂ ਦੇ ਪੈਗੰਬਰ ਨੇ ਸੰਭਾਲਿਆ ਹੋਇਆ। ਸਾਡਾ ਪੰਥ ਬੜਾ ਉੱਚਾ ਹੈ, ਮਹਾਨ ਹੈ, ਉਹਦੇ ਵਾਲੀ ਅਸੀਂ ਹਾਂ। ਸਾਡੇ ਪੰਥ ਦੇ, ਇਹ ਭੂਤਣਿਆਂ ਦਾ ਪੰਥ ਉਹਨਾਂ ਦੇ ਜਿਹੜੇ ਪੀਰ ਨੇ ਉਹਨਾਂ ਨੇ ਸੰਭਾਲਿਆ ਹੋਇਆ, ਉਹਨਾਂ ਦੇ ਜਿਹੜੇ ਪੈਗੰਬਰ ਨੇ ਉਹਨਾਂ ਨੇ ਸੰਭਾਲਿਆ ਹੋਇਆ। ਸਾਡਾ ਪੰਥ ਉੱਚਾ ਹੈ ਔਰ ਇਹਦੇ ਵਾਲੀ ਅਸੀਂ ਹਾਂ। ਹਾਂਜੀ, ਨਹਿ ਨੀਚਨ ਕੀ ਰੀਤ ਅਛੇਰੀ। ਨਾ ਖਾਲਸਾ ਜੀ, ਨੀਚਾਂ ਦੀ ਇਹ ਰੀਤ ਚੰਗੀ ਨਹੀਂ। ਨੀਚਾਂ ਵਾਲੀ ਹਰਕਤ ਨਹੀਂ ਕਰਨੀ, ਨੀਚਾਂ ਦੀ ਰੀਸ ਨਹੀਂ ਕਰੀਦੀ। ਨੀਚਾਂ ਨੂੰ ਦੰਡ ਦੇਈਦਾ ਹੈ। ਜਿਹੜੇ ਨੀਚ ਦਾ ਮਤਲਬ ਇੱਥੇ ਕਈਆਂ ਨੇ ਤਾਂ ਜਾਤੀ ਤੌਰ ਤੇ ਨੀਚ ਬਣਾਏ ਹੋਏ ਨੇ, ਵੀ ਇਹ ਜਾਤੀ ਤੌਰ ਤੇ ਨੀਚ ਨੇ ਜੀ, ਕੰਮ ਧੰਦੇ ਕਰਕੇ ਨੀਚ ਨੇ ਜੀ। ਨਹੀਂ, ਜਿਹੜੇ ਇਦਾਂ ਦੀ ਬਿਰਤੀ ਜਿਹੜੀ ਉੱਪਰ ਦੱਸੀ ਹੈ ਇਹਨਾਂ ਮਲੇਛਾਂ ਦੀ, ਇਹਨਾਂ ਨੀਚਾਂ ਨੂੰ ਦੰਡ ਦੇਣਾ ਖਾਲਸੇ ਨੇ। ਉਹਨਾਂ ਨੀਚਾਂ ਦੀ ਰੀਸ ਨਹੀਂ ਕਰਨੀ। ਹਾਂਜੀ, ਪਿਖ ਅਪਮਾਨ ਕਰ ਹੈ ਸਭ ਬੇਰੀ। ਔਰ ਇਹੋ ਜਿਹੇ ਨੀਚਾਂ ਦਾ ਅਪਮਾਨ ਕਰਨਾ। ਭਾਵੇਂ ਸਾਹਮਣੇ ਇਹਨਾਂ ਦੇ ਕੋਈ ਨਹੀਂ ਬੋਲਦਾ, ਇਹ ਬਲੀ ਨੇ, ਪਰ ਪਿੱਛੋਂ ਸਾਰੇ ਇਹਨਾਂ ਨੂੰ ਬਦ ਸੀਸਾਂ ਦਿੰਦੇ ਨੇ। ਅਸੀਂ ਆਪਣਾ ਪੰਥ ਸਾਜਿਆ ਕਿ ਜੇ ਸਾਹਮਣੇ ਕੋਈ ਆਵੇ ਤਾਂ ਵੀ ਉਪਮਾ ਕਰੇ, ਤੇ ਜੇ ਕੋਈ ਪਿੱਛੇ ਹੋਵੇ ਤੇ ਉਹ ਵੀ ਆਖੇ ਆ ਗਏ ਨਿਹੰਗ, ਬੂਹੇ ਖੋਲ ਦੋ ਨਿਸੰਗ। ਅਸੀਂ ਉਹ ਪੰਥ ਬਣਾਇਆ। ਆ ਗਏ ਨਿਹੰਗ, ਬੂਹੇ ਖੋਲ ਦੋ ਨਿਸੰਗ। ਅਸੀਂ ਐਸਾ ਖਾਲਸਾ ਬਣਾਇਆ, ਇਹੋ ਜਿਹਾ ਪੰਥ ਬਣਾਇਆ। ਹਾਂਜੀ, ਗੁਰ ਬਚ ਸ਼ਾਸਤਰਨ ਕਰੀ ਨਿਯੋਗ। ਗੁਰੂ ਬਚਨਾਂ ਦੀ ਵੀ ਆਗਿਆ ਹੈ ਔਰ ਸ਼ਾਸਤਰਾਂ ਵਿੱਚ ਵੀ ਇਹੀ ਵਿਧਾਨ ਹੈ। ਜਿਹੜੇ ਦੁਨੀਆ ਦੇ ਨੀਤੀ ਸ਼ਾਸਤਰ ਬਣਾਏ ਜਾਂਦੇ ਨੇ, ਉਹਨਾਂ ਨੀਤੀ ਸ਼ਾਸਤਰਾਂ ਵਿੱਚ ਬਕਾਇਦਾ ਇਹ ਨੀਤੀਆਂ ਘੜੀਆਂ ਗਈਆਂ ਨੇ। ਅਗਰ ਕਿਸੇ ਦੇਸ਼ ਦੇ ਉੱਤੇ ਕੋਈ ਦੂਸਰਾ ਦੇਸ਼ ਜਾਂ ਅਗਰ ਕਿਸੇ ਇੱਕ ਫਿਰਕੇ ਤੇ ਦੂਸਰਾ ਫਿਰਕਾ ਹਮਲਾ ਕਰਦਾ ਤਾਂ ਉਹਨਾਂ ਦੀਆਂ ਔਰਤਾਂ, ਉਹਨਾਂ ਦੇ ਬੱਚਿਆਂ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਹਮਲਾ ਨਹੀਂ ਹੋਵੇਗਾ, ਉਹਨਾਂ ਨੂੰ ਬੇਆਬਰੂ ਨਹੀਂ ਕੀਤਾ ਜਾਵੇਗਾ। ਬਕਾਇਦਾ ਇਹ ਨੀਤੀਆਂ ਹੁੰਦੀਆਂ। ਸ਼ਾਸਤਰਾਂ ਵਿੱਚ ਵੀ ਇਹ ਵਿਧਾਨ ਬਣਾਏ ਗਏ ਨੇ, ਪਰ ਸਮੇਂ-ਸਮੇਂ ਨਾਲ ਉਹਨਾਂ ਵਿਧਾਨਾਂ ਦੀਆਂ ਧੱਜੀਆਂ ਉੱਡਦੀਆਂ ਹਨ। ਵਿਧਾਨ ਬਣਾਏ ਜਾਂਦੇ ਨੇ ਪਰ ਉਹ ਵਿਧਾਨਾਂ ਦੀਆਂ ਧੱਜੀਆਂ ਵੀ ਉਡਾਈਆਂ ਜਾਂਦੀਆਂ। ਅਸੀਂ ਇਹੋ ਜਿਹੇ ਸਮਾਜ ਵਿੱਚ ਰਹਿੰਦੇ ਹਾਂ। ਹਾਂਜੀ, ਆਸ਼ਰਮਾਨ ਤੇ ਮਾਨਨ ਯੋਗ। ਪਾਤਸ਼ਾਹ ਕਹਿੰਦੇ ਸਾਰੇ ਆਸ਼ਰਮਾਂ ਨੂੰ, ਚਾਹੇ ਉਹ
ਕਿਸੇ ਵੀ ਆਸ਼ਰਮ ਨਾਲ, ਕਿਸੇ ਵੀ ਵਰਨ ਨਾਲ ਸੰਬੰਧਿਤ ਹੈ, ਸਭ ਲਈ ਇਹ ਮੰਨਣਯੋਗ ਹੁਕਮ ਹੈ ਜੋ ਅਸੀਂ ਕਰ ਰਹੇ ਹਾਂ। ਇਮ ਕਹਿ ਕਰ ਪੁਨ ਸਿੱਖ ਮਿਲਾਇਓ, ਇਦਾਂ ਕਹਿ ਕੇ ਮਹਾਰਾਜ ਜੀ ਨੇ ਉਸ ਸਿੱਖ ਨੂੰ ਬੁਲਾਇਆ। ਕਰਿਓ ਕੜਾਹ ਸਰਬ ਵਰਤਾਇਓ, ਉਹਨੇ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕੀਤੀ, ਦੁਮਾਲਾ ਸੀਸ ਤੇ ਚਲਾਇਆ, ਸ਼ਸਤਰ ਗਾਤਰੇ ਧਾਰਨ ਕੀਤੇ, ਮੁੜ ਕੇ ਫਿਰ ਤਿਆਰ ਬਰ ਤਿਆਰ ਹੋ ਗਿਆ। ਮਹਾਰਾਜ ਕਹਿੰਦੇ ਕੁਝ ਨਹੀਂ ਵਿਗੜਿਆ ਸਿੰਘਾ, ਤੇਰੀ ਬਾਂਹ ਗੁਰੂ ਕਹਿ ਨੇ ਫੜੀ ਹੋਈ ਹੈ, ਤੂੰ ਖਰਾ ਹੈ। ਏਦਾਂ ਉਹਨੂੰ ਮਹਾਰਾਜ ਜੀ ਨੇ ਤਿਆਰ ਬਰ ਤਿਆਰ ਕਰ ਦਿੱਤਾ। ਇਸੀ ਰੀਤ ਸਿੱਖ ਕਰਤੇ ਜੰਗ, ਇਸੇ ਰੀਤੀ ਨਾਲ ਸਿੰਘ ਜੰਗ ਯੁੱਧ ਲੜਦੇ ਨੇ। ਏਦਾਂ ਦੀਆਂ ਕਈ ਘਟਨਾਵਾਂ ਘਟਦੀਆਂ ਨੇ ਜਿਹਦੇ ਵਿੱਚੋਂ ਪ੍ਰੇਰਨਾ ਮਿਲਦੀ ਹੈ। ਤੁਰਕਣੀ ਦੇ ਯੁੱਧ ਦੇ ਮੁਤਾਬਕ ਬਹੁਤ ਸਾਰੇ ਸਿਧਾਂਤਕ ਪੱਖ ਜਿਹੜੇ ਨੇ ਉਹ ਸਮੇਂ-ਸਮੇਂ ਨਾਲ ਸਮਝ ਵਿੱਚ ਆਉਂਦੇ ਹਨ ਕਿ ਉਹਨਾਂ ਦੇ ਕੁੱਖ ਤੋਂ ਫਿਰ ਪੈਦਾ ਹੋਇਆ ਜਿਹੜਾ ਸਿੱਖ ਦਾ ਬੱਚਾ ਹੋਵੇਗਾ ਉਹਦੇ ਵਿੱਚ ਵੀ ਉਹ ਖੂਨ ਹੋਵੇਗਾ, ਫਿਰ ਉਹ ਲੜੇਗਾ ਉਹਨਾਂ ਦੇ ਨਾਲ ਹੀ, ਉਨੇ ਹੀ ਬਲ ਨਾਲ, ਉਨੇ ਹੀ ਤਾਣ ਨਾਲ ਲੜੇਗਾ, ਉਹਦੇ ਵਿੱਚ ਵੀ ਉਸੇ ਤਰ੍ਹਾਂ ਦਾ ਹੀ ਜਜ਼ਬਾ ਹੋਵੇਗਾ, ਤਾਂ ਉਹ ਸ਼ੰਕਰ ਵਰਣ ਹੋ ਜਾਂਦਾ, ਉਹਨੂੰ ਸ਼ੰਕਰ ਵਰਣ ਕਹਿੰਦੇ ਆ। ਤੋ ਪਰਜਾ ਸ਼ੰਕਰ ਵਰਣ ਨਾ ਹੋਵੇ, ਇਹਦੇ ਵਾਸਤੇ ਵੀ ਸਤਿਗੁਰੂ ਜੀ ਨੇ ਸੁਚੇਤ ਕੀਤਾ। ਸਿੰਘ ਨੂੰ ਕਿਤੇ ਉਹ ਲਾਲਚ ਦੇ ਕੇ, ਲੁਭਾਵਣਾ ਲਾਲਚ ਦੇ ਕਰਕੇ ਉਹਨੂੰ ਧਰਮ ਤੋਂ ਭ੍ਰਸ਼ਟ ਨਾ ਕਰਨ, ਉਹਦੇ ਵਾਸਤੇ ਵੀ ਸਤਿਗੁਰਾਂ ਨੇ ਸੁਚੇਤ ਕੀਤਾ। ਔਰ ਅੱਗੇ ਇਤਿਹਾਸ ਆਇਆ ਹੈ ਸਿੰਘਾਂ ਦਾ, ਸਿੱਖਾਂ ਦਾ, ਐਸੇ ਆਫਰ ਦਿੱਤੇ ਜਾਂਦੇ ਰਹੇ ਨਵਾਬਾਂ ਵੱਲੋਂ। ਸ਼ਹੀਦ ਤਾਰੂ ਸਿੰਘ ਜੀ, ਭਾਈ ਤਾਰੂ ਸਿੰਘ ਉਹਨਾਂ ਨੂੰ ਵੀ ਕਿ ਤੈਨੂੰ ਅਸੀਂ ਆਪਣੀ ਲੜਕੀ ਵਿਆਹ ਦਿੰਨੇ ਆ, ਤੂੰ ਇਸਲਾਮ ਕਬੂਲ ਕਰ ਲੈ। ਬੜੇ ਬੜੇ ਦੀਵਾਨ ਮਤੀ ਦਾਸ ਜੀ ਨੂੰ ਵੀ ਇਹੀ ਲਾਲਚ ਦਿੱਤਾ ਸੀ ਔਰੰਗਜ਼ੇਬ ਬਾਦਸ਼ਾਹ ਨੇ, ਪਰ ਧੰਨ ਗੁਰੂ ਕੇ ਲਾਲ, ਉਹਨਾਂ ਆਪਣਾ ਧਰਮ ਕੇਸਾਂ ਸਵਾਸਾਂ ਨਾਲ ਨਿਭਾਇਆ, ਪਰ ਆਪਣਾ ਧਰਮ ਨਹੀਂ ਛੱਡਿਆ। ਅਗਰ ਜ਼ਬਰਦਸਤੀ ਕੀਤੀ ਗਈ, ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਮਲੇਛ ਦਾ, ਮਤਾਬ ਸਿੰਘ ਤੇ ਸੁੱਖਾ ਸਿੰਘ ਦੋਵੇਂ ਜੁਝਾਰੂ ਸੂਰਮੇ। ਸੁੱਖਾ ਸਿੰਘ ਜੀ ਜਦੋਂ ਅੰਮ੍ਰਿਤ ਛਕ ਕੇ ਘਰ ਆ ਗਏ ਤੇ ਘਰ ਦੇ ਮਾਂ ਪਿਓ ਨੇ ਇਹਨਾਂ ਨੂੰ ਕੋਈ ਨਸ਼ੀਲੀ ਚੀਜ਼ ਖਵਾ ਕੇ ਇਹਨਾਂ ਦੇ ਕੇਸ ਕਤਲ ਕਰ ਦਿੱਤੇ। ਉਦੋਂ ਵੀ ਇਹ ਵਰਤਿਆ। ਸੁੱਖਾ ਸਿੰਘ ਜਦੋਂ ਸਵੇਰੇ ਚਿਹਰੇ ਤੇ ਵੇਖਿਆ ਵੀ ਕੇਸ ਕੋਈ ਨਹੀਂ ਤੇ ਖੂਹ 'ਚ ਮਰਨ ਵਾਸਤੇ ਟੁਰ ਪਿਆ ਵੀ ਮੈਂ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਣੀ, ਕੀ ਲੈਣਾ ਇਹੋ ਜਿਹੇ ਜੀਵਨ ਤੋਂ। ਉੱਥੇ ਜਥੇਦਾਰ ਸ਼ਾਮ ਸਿੰਘ ਜੀ ਨਾਰੋ ਕੇ ਬੁੱਢੇ ਦਲ ਦੇ ਜਥੇਦਾਰ ਸੀ, ਉਹਨਾਂ ਵੇਖ ਲਿਆ, ਉਹਨਾਂ ਆਖਿਆ ਉਹ ਮਰਨਾ ਤੇ ਤੁਰਕਾਂ ਨੂੰ ਮਾਰ ਕੇ ਮਾਰ, ਏਦਾਂ ਕਿਉਂ ਮਰਨਾ ਆਤਮ ਹੱਤਿਆ ਕਰਕੇ। ਕਹਿੰਦਾ ਮਹਾਰਾਜ ਮੇਰੇ ਨਾਲ ਹੋ, ਕਹਿੰਦੇ ਤੇਰਾ ਕੁਝ ਨਹੀਂ ਵਿਗੜਿਆ, ਤੂੰ ਆਪ ਤਾਂ ਨਹੀਂ ਨਾ ਪਤਿਤ ਹੋਇਆ, ਆ ਦੁਬਾਰਾ ਪੰਥ ਵਿੱਚ ਸ਼ਾਮਲ ਹੋ ਜਾ। ਦੇਖੋ ਫਿਰ ਕਿੱਡਾ ਜਰਨੈਲ ਸੀ ਸੁੱਖਾ ਸਿੰਘ, ਇੰਨੀ ਬਹਾਦਰੀ ਨਾਲ ਲੜ ਕੇ। ਜਥੇਦਾਰ ਸੁੱਖਾ ਸਿੰਘ ਜੀ ਉਹ ਇਹੋ ਜਿਹੇ ਮਹਾਨ ਜਰਨੈਲ ਹੋਏ। ਮੈਂ ਇੱਕ ਵਿਥਿਆ ਹੋਰ ਚੇਤੇ ਆ ਗਈ, ਪੰਥ ਪ੍ਰਕਾਸ਼ ਵਿੱਚ ਲਿਖੀ। ਅਬਦਾਲੀ ਦੀਆਂ ਫੌਜਾਂ ਦਰਿਆ ਦੇ ਕੰਢੇ ਤੇ ਮਗਾਰਦੀਆਂ ਸਿੰਘਾਂ ਨੂੰ, ਕਹਿੰਦੇ ਜੀ ਤੁਹਾਡੇ 2 ਸਿੰਘ ਤੇ ਸਾਡਾ 1 ਪਠਾਨ, ਆਓ ਆਪਾਂ 2-2 ਹੱਥ ਕਰੀਏ, ਸਾਰੇ ਕਾਹਨੂੰ ਲੜਨੇ ਆ। ਹੁਣ ਉਹ ਪਠਾਨ 7-7 ਫੁੱਟੇ ਗਿਲਜੇ ਜਿਹੜੇ ਇੱਕ ਦੂੰਬਾ ਬੱਕਰਾ ਪੂਰਾ ਖਾ ਜਾਂਦੇ ਸੀ, ਇੰਨੇ ਬਲੀ ਸੀ। ਕੋਈ ਸਿੰਘ ਨਾ ਬੋਲਿਆ। ਫਿਰ ਕਹਿੰਦੇ ਚਲੋ ਤੁਹਾਡੇ 4 ਸਾਡਾ 1। ਉਦੋਂ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਉੱਥੇ ਉਹਨੂੰ ਬੜਾ ਗੁੱਸਾ ਲੱਗਾ ਵੀ ਕੋਈ ਸਿੰਘ ਉਹਨਾਂ ਦਾ ਚੈਲੰਜ ਹੀ ਨਹੀਂ ਕਬੂਲਦਾ, ਉਹ ਤਾਂ 4 ਤੇ ਆ ਗਏ ਨੇ। ਉਹ 16-17 ਸਾਲਾਂ ਦਾ ਹਲੇ ਕਿਸ਼ੋਰ ਜੀ ਅਵਸਥਾ, ਹਲੇ ਅਲੂਆ ਜਾਂ ਬਾਲ ਹੀ ਸੀ। ਕਹਿੰਦਾ ਮੈਂ ਜਾਣਾ, ਫਿਰ ਨਹੀਂ ਜਾਂਦਾ ਤੁਹਾਡੇ ਚ ਕੋਈ, ਤਾਂ ਮੈਂ ਤਾਂ ਸੂਰਮਾ। ਸੁੱਖਾ ਸਿੰਘ ਜੀ ਬੜੇ ਜਰਨੈਲ ਸੀ, ਉਹਨਾਂ ਆਖਿਆ ਚੜ੍ਹਤ ਸਿਆ ਉਹ ਬੜੇ ਬਲ ਵਾਲੇ ਨੇ, ਸਰੀਰ ਉਹਨਾਂ ਦੇ ਜੁੱਸੇ ਭਰੇ ਹੋਏ ਨੇ, ਤੂੰ ਹਾਲੇ ਬੱਚਾ। ਕਹਿੰਦਾ ਨਾ ਮਹਾਰਾਜ ਮਰਨਾ ਚੰਗਾ, ਪਰ ਏਦਾਂ ਥੋੜੀ ਵੀ ਹੇਠੀ ਕਰਾ ਲਈਏ, ਸੂਰਮੇ ਆ ਅਸੀਂ। ਕਹਿੰਦੇ ਏਦਾਂ ਕਰ ਵੀ ਉਹ ਉੱਥੇ ਨਾ ਮੈਂ ਇੱਕ ਪਠਾਨ ਨੂੰ ਮਾਰ ਕੇ ਉਹ ਦਰਖਤ ਥੱਲੇ ਨਾ ਸੰਜੋ ਦੱਬੀ ਹੋਈ ਸੀ ਲੋਹੇ ਦੀ, ਉਹ ਜਾ ਉਹ ਕੱਢ ਕੇ ਲਿਆ। ਉਹ ਜਾ ਕੇ ਚੜ੍ਹਤ ਸਿੰਘ ਜੀ ਉਹ ਦਰਖਤ ਥੱਲੋਂ ਪੁੱਟ ਕੇ ਨਾ ਸੰਜੋ ਪੁੱਟੀ, ਉਹ ਸੰਜੋ ਚੁੱਕ ਕੇ ਲਿਆਏ ਤੇ ਲਿਆਂਦਿਆਂ ਹੱਫ ਗਏ, ਇੰਨਾ ਵਜਨ ਸੀ ਉਹ ਲੋਹੇ ਦੀ। ਕਹਿੰਦੇ ਪਾ ਕੇ ਉਹ ਲੜਦੇ ਨੇ, ਮੈਂ ਕਿਸੇ ਪਠਾਨ ਨੂੰ ਮਾਰ ਕੇ ਲਾਈ ਸੀ,
ਵੀ ਜਿਹੜੇ ਐਡੀ ਭਾਰੀ ਸੰਜੋਹ ਚੁੱਕ ਕੇ ਲੜਨ ਵਾਲੇ ਬਲੀ ਨੇ ਉਹਨਾਂ ਨਾਲ ਤੂੰ ਕਿਵੇਂ ਲੜੇਗਾ? ਲਿਆ ਹੁਣੇ ਮੈਂ ਪਾਵਾਂ ਤੇ ਮੈਂ ਇਹਨਾਂ ਨਾਲ ਲੜਨਾ। ਜਥੇਦਾਰ ਸੁੱਖਾ ਸਿੰਘ ਜੀ ਉਸੇ ਵਕਤ ਤੋਂ ਸੰਜੋਹ ਸਰੀਰ ਤੇ ਪਾਈ ਤੇ ਬਲ ਵਿੱਚ ਆ ਕੇ ਕਹਿੰਦੇ, ਨਹੀਂ ਉਹ ਪਠਾਣੋ, ਅਸੀਂ 4 ਤੇ ਤੁਸੀਂ ਇੱਕ, ਐਸਾ ਨਹੀਂ, ਤੁਹਾਡੇ ਚੋਂ 2 ਆਉਣ ਤੇ ਅਸੀਂ ਇਧਰੋਂ ਮੈਂ ਕੱਲਾ ਆਉਣਾ। ਹੁਣ ਉਹ ਵੀ ਪਠਾਨ ਸੀ, ਕਹਿੰਦੇ ਅਸੀਂ ਏਠੀ ਥੋੜੀ ਕਰਨੀ ਹੈ, ਜੇ ਤੂੰ ਕੱਲਾ ਤੇ ਅਸੀਂ ਵੀ ਕੱਲਾ ਹੀ ਭੇਜਾਂਗੇ। ਇੰਨੀ ਲੜਾਈ ਹੋਈ ਉੱਥੇ, ਸੁੱਖਾ ਸਿੰਘ, ਤਲਵਾਰਾਂ ਟੁੱਟ ਗਈਆਂ। ਅਖੀਰ ਨੂੰ ਗੁੱਥਮ ਗੁੱਥਾ ਹੋਏ, ਨਾ ਸੁੱਖਾ ਸਿੰਘ ਜੀ ਹਾਰਨ ਨਾ ਉਹ ਪਠਾਨ ਹਾਰੇ। ਅਖੀਰ ਨੂੰ ਉਹ ਪਠਾਨ ਕਾਬੂ ਆ ਗਿਆ ਤੇ ਸੁੱਖਾ ਸਿੰਘ ਜੀ ਨੇ ਕਟਾਰ ਕੱਢੀ ਤੇ ਗਿੱਚੀ ਵਾਲੀ ਥਾਂ ਖਾਲੀ ਸੀ ਉਹਦੀ, ਉਹਨੂੰ ਤਾਂ ਨੂੰ ਧੋਣ ਕੀਤੀ, ਉੱਥੇ ਹੀ ਕਟਾਰ ਤਸਾਈ ਤੇ ਉਹਨੂੰ ਮਾਰ ਕੇ ਪਾਰ ਬੁਲਾਇਆ। ਸਤਿ ਸ੍ਰੀ ਅਕਾਲ। ਫਿਰ ਮੌਜ ਆਈ ਇੱਕ ਦਿਨ, ਕਹਿੰਦੇ ਅਬਦਾਲੀ ਕਿੱਥੇ ਆ? ਅਬਦਾਲੀ ਨੂੰ ਲੱਭਦਿਆਂ ਨਾ ਉਹਦੀ ਫੌਜ ਵਿੱਚ ਜਿਉਂ ਬੜੇ ਅੱਗੇ ਨੂੰ ਜਾ ਕੇ ਵੱਢਦੇ ਜਾਣ ਵੀ ਮੈਂ ਅਬਦਾਲੀ ਨਾਲ ਸਿੱਧੀ ਟੱਕਰ ਲੈਣੀ। ਅਬਦਾਲੀ ਆਉਂਦਾ ਨਹੀਂ ਸੀ ਅੱਗੇ। ਅਖੀਰ ਨੂੰ ਲੜਦਿਆਂ ਲੜਦਿਆਂ ਸੂਰਮਾ ਸ਼ਹੀਦ ਹੋਇਆ। ਇਹ ਸੁੱਖਾ ਸਿੰਘ ਦੇ ਵੀ ਜਬਰੀ ਕੇਸ ਕਤਲ ਕਰ ਦਿੱਤੇ ਸੀ, ਪਰ ਧਰਮ ਨਹੀਂ ਗਿਆ ਉਹਦਾ, ਉੱਪਰ ਪੱਕ ਰਿਹਾ। ਤੋ ਇਸ ਤਰ੍ਹਾਂ ਘਟਨਾਵਾਂ ਘਟਦੀਆਂ ਹਨ ਪੰਥ ਦੇ ਵਿੱਚ। ਤੋ ਗੁਰੂ ਪਾਤਸ਼ਾਹ ਨੇ ਸੁਚੇਤ ਵੀ ਕੀਤਾ ਵੀ ਕਿੱਥੋਂ ਕਿੱਥੋਂ ਬਚਣਾ, ਕਿਵੇਂ ਧਰਮ ਜਾਏਗਾ ਤੇ ਕਿਵੇਂ ਧਰਮ ਨਹੀਂ ਜਾਏਗਾ। ਉਹ ਸਾਰੀ ਸਿੱਖਿਆ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਨੂੰ ਦਿੰਦੇ। ਇਹ ਜਿਹੜਾ ਸਿੰਘ ਸੀ, ਇਹਦੇ ਕੋਲੋਂ ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕੀਤੀ, ਸਿੰਘਾਂ ਵਿੱਚ ਵੰਡ ਦਿੱਤੀ। ਇਹ ਸਿੰਘ ਫਿਰ ਚੜ੍ਹਦੀ ਕਲਾ 'ਚ ਹੋ ਗਿਆ। ਹੋਵਨ ਲਗੇ ਦੁਖਿਤ ਛੁਦ ਸੰਗ। ਹੁਣ ਸਮਾਂ ਬੀਤਿਆ, ਅੰਦਰ ਕਿਲੇ ਵਿੱਚ ਆਨੰਦਪੁਰ ਸਾਹਿਬ 'ਚ ਕੜਾਕੇ, ਸਿੰਘਾਂ ਨੂੰ ਰਹਿਣ ਲੱਗ ਪਏ। ਭੋਜਨ ਦੀ ਵਿਵਸਥਾ ਨਹੀਂ ਸੀ ਹੁੰਦੀ, ਅੰਨ ਜਿਹੜਾ ਸੀ ਉਹ ਨਹੀਂ ਸੀ ਮਿਲਦਾ। ਖਾਸ ਖਜ਼ਾਨੇ ਦਰਬ ਜਿਤੇਕ। ਜਿਹੜਾ ਮਹਾਰਾਜ ਜੀ ਦਾ ਖਾਸ ਖਜ਼ਾਨਾ ਸੀ, ਉਹਦੇ ਵਿੱਚ ਜਿੰਨਾ ਧਨ ਹੈ, ਪਾਵਹਿ ਸਤਦਰਵ ਬਿਖੈ ਤਿਤੇਕ। ਮਹਾਰਾਜ ਜੀ ਕੜਾ ਕੜਾ ਕੇ ਸਤਲੁਜ ਦਰਿਆ 'ਚ ਪਾਈ ਜਾਂਦੇ। ਕਹਿੰਦੇ ਉਹ ਖਜ਼ਾਨਾ ਜਿੰਨਾ ਹੈ ਉਹ ਬਾਹਰ ਦਰਿਆ ਵਿੱਚ ਸਤਲੁਜ 'ਚ ਰੋੜ ਦਿਓ। ਪਸ਼ਮੰਬਰ ਆਦਿਕ ਸਭ ਚੀਰ। ਜਿਹੜੇ ਪਸ਼ਮੰਬਰ ਦੇ ਬੜੇ ਬੜੇ ਕੀਮਤੀ ਪਸ਼ਮੀਨੇ ਦੇ ਕੱਪੜੇ, ਪਸ਼ਮੀਨੇ ਦੀਆਂ ਲੋਈਆਂ, ਪਸ਼ਮੀਨੇ ਦੇ ਵਸਤਰ, ਉਹ ਕੀਮਤੀ ਕੀਮਤੀ ਜਿਹੜੇ ਕੱਪੜੇ ਸਨ। ਫੁਕਵਾਵੇਂ ਪਾਵਕ ਪ੍ਰਭ ਧੀਰ। ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਅੱਗ ਲਾ ਕੇ ਸਾੜ ਦਿਓ। ਇਹ ਜਿਹੜੀਆਂ ਚੀਜ਼ਾਂ ਪਈਆਂ, ਇਹ ਅੱਗ ਲਾ ਕੇ ਇਹਨਾਂ ਨੂੰ ਜਲਾ ਦਿਓ। ਇਸ ਬਿਦ ਸਰਬ ਸਮਾਜ ਨਿਬੇੜੈ। ਇਹ ਤਾਂ ਮਹਾਰਾਜ ਜਿਹੜਾ ਖਜ਼ਾਨਾ ਆਪਣਾ ਤਕਰੀਬਨ ਸਾਰਾ ਨਿਬੇੜ ਰਹੇ ਨੇ। ਖਜ਼ਾਨੇ 'ਚ ਨਹੀਂ ਕਹਿੰਦੇ ਕੁਝ ਰੱਖਣਾ। ਮਾਇਆ ਦਰਿਆ ਵਿੱਚ ਜਿਹੜੀ ਮਾਇਆ ਹੁੰਦੀ ਹੈ, ਜਾਂ ਰੁਪਈਏ, ਪੈਸੇ, ਅਸ਼ਰਫੀਆਂ, ਸੋਨੇ ਚਾਂਦੀ ਦੇ ਗਹਿਣੇ, ਉਹ ਦਰਿਆ ਵਿੱਚ। ਜਿਹੜੇ ਕੱਪੜੇ ਨੂੰ ਜਲਾਈ ਕਿ ਦੁਸ਼ਮਣ ਜਦੋਂ ਆਵੇਗਾ ਕਿਲੇ ਦੇ ਅੰਦਰ, ਘਰ 'ਚ, ਉਹਨੂੰ ਇੱਥੋਂ ਪੈਸੇ ਜਾਂ ਸੰਪਦਾ ਨਾ ਮਿਲੇ, ਕਿਉਂਕਿ ਜਿੰਨਾ ਉਹਨਾਂ ਦਾ ਖਰਚ ਹੋਇਆ ਉਹ ਇੱਥੋਂ ਇੰਨਾ ਹੀ ਲੈ ਜਾਣਗੇ, ਉਹ ਤਾਂ ਫਿਰ ਬਲੀ ਹੋ ਜਾਣਗੇ। ਇਹ ਵੀ ਨੀਤੀ ਸੀ। ਤੇ ਆਪ ਲਿਜਾ ਨਹੀਂ ਸਨ ਸਕਦੇ, ਕਿਉਂਕਿ ਗੁਰਦੇਵ ਇਹ ਵੀ ਜਾਣਦੇ ਨੇ। ਉਹਦੇ ਵਾਸਤੇ ਮਹਾਰਾਜ ਜੀ ਨੇ ਸਾਰੀ ਵਿਉਂਤ ਜਿਹੜੀ ਹੈ, ਖੇਡ ਹੈ, ਉਹ ਰਚੀ ਹੈ। ਫੂਕੈ ਕੈ ਜਲ ਸਲਤਾ ਗੇਰੈ। ਜਾਂ ਦਰਿਆ ਵਿੱਚ ਸੱਟ ਦਿੰਦੇ ਨੇ, ਉਹ ਸਾਰੀ ਮਾਇਆ ਦਰਿਆ 'ਚ ਰੱਖ ਦਿੰਦੇ ਤੇ ਕਹਿੰਦੇ ਦਰਿਆ ਸਤਲੁਜ ਸਾਡੀ ਭੇਟਾ ਰੱਖਣੀ ਆ ਤੂੰ, ਸਮਾਂ ਆਉਣ ਤੇ ਸਾਡਾ ਪੰਥ ਲੈ ਲੇਗਾ ਆਪੇ। ਤੇ ਜਿਹੜੇ ਬਾਕੀ ਵਸਤਰ ਵਗੈਰਾ ਨੇ ਉਹ ਜਲਾ ਦਿੰਦੇ ਹਨ। ਲੋਕ ਪੁਕਾਰਨ ਲਾਗੇ ਪੁਰ ਮੈਂ। ਤੇ ਨਗਰ ਵਿੱਚ ਜਿਹੜੇ ਲੋਕ ਰਹਿੰਦੇ ਸੀ, ਉਹ ਵੀ ਆ ਕੇ ਸਤਿਗੁਰਾਂ ਕੋਲ ਪੁਕਾਰਾਂ ਕਰਨ ਲੱਗੇ। ਸਹਿ ਨ ਜਾਏ ਛੁਦਾ ਦੁਖ ਉਰ ਮੈਂ। ਉਹ ਵੀ ਪਰੇਸ਼ਾਨ ਸੀ, ਜਿਹੜੇ ਨਗਰ ਵਿੱਚ ਘਰ ਸਨ ਲੋਕਾਂ ਦੇ, ਸੰਗਤ ਦੇ। ਮਹਾਰਾਜ ਭੁੱਖ ਦਾ ਦੁੱਖ ਨਹੀਂ ਸਹਿਆ ਜਾਂਦਾ। ਪ੍ਰਜਾ ਨਿਕਸ ਕਰ ਗਈ ਵਹਿਰ ਕੋ। ਬਹੁਤ ਸਾਰੀ ਪ੍ਰਜਾ ਜਿਹੜੀ ਸੀ ਉਹ ਕਾਫੀ ਆਨੰਦਪੁਰ ਸਾਹਿਬ ਛੱਡ ਕੇ ਚਲੀ ਗਈ ਸੀ। ਸੁਭਾਟ ਸਿੰਘ ਲਹਿ ਤਿਆਗਿਓ ਗੁਰ ਕੋ। ਪਰ ਜਿਹੜੇ ਸੂਰਮੇ ਉਹ ਨਹੀਂ ਗਏ। ਜਿਹੜੀ ਪ੍ਰਜਾ ਸੀ ਉਹ ਜਾਣ ਲੱਗ ਪਏ, ਤੇ ਬਾਹਰ ਵੀ ਉਹਨਾਂ ਨੂੰ ਪਤਾ ਸੀ ਵੀ ਇਹ ਤਾਂ ਆਮ ਲੋਕ ਨੇ, ਇਹਨਾਂ ਨੂੰ ਜਾਣ ਦਿਓ। ਉਹਨਾਂ ਨੂੰ ਤੁਰਕਾਂ ਨੇ ਵੀ ਬਾਹਰੋਂ ਜਾਣ ਦਿੱਤਾ ਵੀ ਜਿਹੜੇ ਜਾਂਦੇ ਆ ਬਾਹਰੋਂ ਨਹੀਂ ਅੰਦਰ ਆਉਣ ਦੇਣੇ, ਅੰਦਰੋਂ ਜਿੰਨੇ ਜਾਣਗੇ ਉਹਨੇ ਘਟਣਗੇ। ਪਰ ਜਿਹੜੇ ਸਤਿਗੁਰਾਂ ਦੇ ਸੂਰਮੇ ਸਨ, ਯੋਧੇ ਸਨ, ਮਰ ਜੀਵੜੇ ਸਨ, ਉਹ ਨਹੀਂ ਗਏ ਸਤਿਗੁਰਾਂ ਨੂੰ ਛੱਡ ਕੇ। ਰਹਿ ਛੁਦਾ ਤੁਰ ਤਉ ਲਰਤ ਹੈ। ਭਾਵੇਂ ਭੁੱਖ ਕੱਟਦੇ ਨੇ, ਸਰੀਰ ਤੇ ਕੜਾਕਾ ਬਰਦਾਸ਼ਤ ਕਰਦੇ ਨੇ, ਪਰ ਸਤਿਗੁਰਾਂ ਦਾ ਸੰਗ ਨਹੀਂ ਛੱਡਦੇ, ਗੁਰੂ ਪਾਤਸ਼ਾਹ ਦਾ ਸੰਗ ਨਹੀਂ ਛੱਡਦੇ। ਉਹ ਕਹਿੰਦੇ ਜੇ ਭੁੱਖ ਦਾ ਦੁੱਖ ਦਿੱਤਾ
ਤੇ ਸਤਿਗੁਰੂ ਰਾਜੇ ਵੀ ਬਣਾਉਣ ਵਾਲੇ ਨੇ, ਰਾਜੇ ਵੀ ਨਹੀਂ ਬਣਾਣਾ ਸਾਨੂੰ। ਇਸ ਕਰਕੇ ਉਹ ਖੇਡ ਜੇ ਤੂੰ ਭੁੱਖ ਦੇਵੇਂ ਤਾਂ ਮਹਾਰਾਜ ਤਾਂ ਵੀ ਤੈਨੂੰ ਸਲਾਮਾਂ, ਉਹਦੇ ਵਿੱਚ ਰਾਜੀ। ਜੇ ਭੁੱਖ ਦੇਹੇ ਤਾਂ ਇਤਹੀ ਰਾਜਾਂ, ਜੇ ਭੁੱਖ ਦਿਓ ਤਾਂ ਉਹਦੇ ਵਿੱਚ ਵੀ ਰਾਜੀ ਹਾਂ, ਤੇ ਜੇ ਸੁਖ ਦਿਓ ਤਾਂ ਵੀ ਮਹਾਰਾਜ ਤੁਹਾਡੀ ਉਪਮਾ। ਇਹੋ ਜਿਹੀ ਖੇਡ ਉਹਨਾਂ ਸਿੰਘਾਂ ਦੀ ਜਿਨ੍ਹਾਂ ਨੇ ਪ੍ਰਣ ਕੀਤਾ ਹੋਇਆ ਕਿ ਸਤ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਬਚਿੱਤਰ ਸਿੰਘ ਜੀ, ਆਲਮ ਸਿੰਘ ਜੀ, ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਭਾਈ ਨਾਹਰ ਸਿੰਘ ਜੀ, ਭਾਈ ਵੀਰ ਸਿੰਘ ਜੀ, ਭਾਈ ਕਾਠਾ ਸਿੰਘ ਜੀ, ਭਾਈ ਲਾਲ ਸਿੰਘ ਜੀ। ਕਿੰਨੇ ਯੋਧੇ ਨੇ ਉਹ ਯੋਧੇ ਜਿਨ੍ਹਾਂ ਚਮਕੌਰ ਦੀ ਗੜੀ 'ਚ ਸ਼ਹੀਦੀਆਂ ਪਾਈਆਂ, ਬਾਅਦ ਜਿਨ੍ਹਾਂ ਪ੍ਰਣ ਕੀਤਾ ਸੀ ਸਤਿਗੁਰਾਂ ਦਾ ਸੰਗ ਨਹੀਂ ਛੱਡਣਾ। ਇਹੋ ਜਿਹੇ ਗੁਰੂ ਕੇ ਲਾਲਾਂ ਨੂੰ ਪ੍ਰਣਾਮ ਹੈ, ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਵਾਹਿਗੁਰੂ 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 ਵਾਹਿਗੁਰੂ। ਹਮਲੇ ਜਾਨੋ ਪੰਥ ਉਚੇਰਾ, 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 ਹਮਲੇ ਜਾਨੋ ਪੰਥ ਉਚੇਰਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਐ ਪਰੋ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ,
ਬੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।